ਕਈ ਰੈਸਟੋਰੈਂਟ ਇੱਦਾਂ ਦੇ ਹੈ ਸਾਡੇ ਸੱਜਣ ਜਾਣਦੇ ਹੋਣਗੇ GT 'ਚ ਕਾਫੀ ਉਹਨਾਂ ਦੀਆਂ ਬ੍ਰਾਂਚਾਂ ਵੀ ਹੈਗੀਆਂ ਉਹਨਾਂ ਦੀ ਬ੍ਰਾਂਚ ਦੇ ਉੱਤੇ ਸਿਰਫ ਓਪਨ ਦਾ ਸਾਈਨ ਲੱਗਿਆ ਉੱਥੇ ਕਦੇ ਕੋਈ ਕਾਰ ਖੜੀ ਨਹੀਂ ਦੇਖੀ ਕੋਈ EMPLOYEE ਦੀ ਕਾਰ ਵੀ ਨਹੀਂ ਦੇਖੀ ਉਹ ਤਾਂ ਦੇਖਣੀ ਕੀ ਹੈ ਕਿ ਉਹਨਾਂ ਨੇ 2 ਬ੍ਰਾਂਚਾਂ ਹੋਰ ਖੋਲ੍ਹਤੀਆਂ ਅਤੇ ਮੈਨੂੰ ਇੱਕ ਵਾਰੀ ਜਾਣ ਦਾ ਮੌਕਾ ਮਿਲਿਆ ਮੈਂ ਉਹਨਾਂ 'ਤੇ ਜਾ ਕੇ ਦੇਖਿਆ ਤਾਂ ਡੋਰ ਲੌਕ ਸੀਗਾ ਮੈਂ ਨੰਬਰ 'ਤੇ ਕਾਲ ਕੀਤੀ ਮੈਂ ਕਿਹਾ ਜੀ ਤੁਹਾਡਾ ਡੋਰ ਲੌਕ ਹੈ ਅਤੇ ਕਹਿੰਦਾ ਭਾਅ ਜੀ ਸਾਡੇ ਗੈਸ ਦਾ ਇਸ਼ੂ ਆ ਗਿਆ ਸੀ ਇਸ ਕਰਕੇ ਅਸੀਂ ਹਫ਼ਤੇ ਵਾਸਤੇ ਬੰਦ ਆ ਪਰ ਮੈਂ ਕਿਹਾ ਜੀ ਸਾਈਨ ਤਾਂ ਓਪਨ ਦਾ ਲਾਇਆ ਪਿਆ ਬਾਹਰ ਉਹ ਕਹਿੰਦਾ ਫਿਰ ਉਹਦੇ ਭੁੱਲ ਗਏ ਹੋਣਗੇ ਉੱਪਰ ਜਾਂਦੇ ਕਿਤੇ ਬੰਦ ਕਰਨਾ ਭੁੱਲ ਗਏ ਹੋਣਗੇ ਚਲੋ ਹਫ਼ਤਾ ਲੰਘ ਗਿਆ ਹਫ਼ਤੇ ਬਾਅਦ ਫਿਰ ਇੱਕ ਦਿਨ ਮੈਂ ਟਰਾਈ ਕੀਤੀ ਜਾ ਕੇ ਦੇਖ ਸਿਰਫ ਮੈਂ ਇਸ ਕਰਕੇ ਗਿਆ ਸੀ ਕਿਉਂਕਿ ਮੈਨੂੰ ਪਤਾ ਲੱਗਿਆ ਸੀਗਾ ਉਹ ਫਿਰ ਬੰਦ ਸੀ ਮੈਂ ਫਿਰ ਉਹਨਾਂ ਨੂੰ ਕਾਲ ਕੀਤੀ ਉਹਨੇ ਕਾਲ ਨਹੀਂ ਚੱਕੀ ਥੋੜ੍ਹੇ ਦੇਰ ਬਾਅਦ ਫਿਰ ਕਾਲ ਕੀਤੀ ਅਤੇ ਮੈਨੂੰ ਕਹਿਣ ਲੱਗੀ ਤੁਹਾਨੂੰ ਪ੍ਰੋਬਲਮ ਕੀ ਤੁਸੀਂ ਕਿਉਂ ਸਾਨੂੰ ਵਾਰ-ਵਾਰ ਫੋਨ ਕਰੀ ਜਾਂਦੇ ਮੈਂ ਕਿਹਾ ਪ੍ਰੋਬਲਮ ਕੋਈ ਨਹੀਂ ਮੈਂ ਤਾਂ ਲੰਘਿਆ ਸੀ ਮੈਂ ਖਾਣਾ ਚਾਹੁੰਦਾ ਸੀ ਮੈਂ ਖਾ ਲਾਂ ਕਹਿੰਦੇ ਤੁਸੀਂ ਕਿਤੇ ਹੋਰ ਖਾ ਲਓਗਾ ਛੱਡੋ ਪਰੇ ਕਾਹਨੂੰ ਨਹੀਂ ਚੱਕਰ ਪੈ ਗਿਆ ਮੈਨੂੰ ਤਾਂ ਕੋਈ ਦੱਸ ਰਿਹਾ ਸੀ ਇਮੀਗ੍ਰੇਸ਼ਨ ਵਾਲਿਆਂ ਨੇ ਵੀ ਆਪਣੇ ਰੈਸਟੋਰੈਂਟ ਆਪ ਹੀ ਖੋਲ੍ਹ ਲਏ ਨੇ ਇਕੱਲੇ ਰੈਸਟੋਰੈਂਟ ਨਹੀਂ ਗ੍ਰੀਨ ਹਾਊਸ ਵੀ ਲਏ ਹੋਏ ਆ ਗ੍ਰੀਨ ਹਾਊਸ ਵੀ ਲਏ ਆ ਹੁਣ ਆਪਣੇ ਦੋਨੇ ਪਾਸੇ ਪੈਸੇ ਆਪਣੇ ਹੀ ਨੇ ਆਪਣੇ ਹੈ ਸਾਰਾ ਕਿਤੇ ਬਾਹਰ ਨਹੀਂ ਜਾਣ ਦੇਣਾ ਇੱਕ ਇੱਥੇ ਨਾਮੀ ਰੈਸਟੋਰੈਂਟ ਹੈ ਜੀ ਉਹਨਾਂ ਦੇ ਇੱਥੇ ਵੀ ਹੈਗੀ ਹੈ ਅਤੇ ਬਾਹਰ ਵੀ ਹੈਗੀਆਂ ਉਹਨਾਂ ਦੀਆਂ ਬ੍ਰਾਂਚਾਂ ਜਿਵੇਂ ਵੈਨਕੂਵਰ ਵਗੈਰਾ ਉਹਨਾਂ ਦਾ ਇਹ ਹਾਲ ਸੀ ਕਿ ਉਹ ਬੱਚਿਆਂ ਨੂੰ ਰੋਜ਼ ਦੇ ਪੈਸੇ ਚਾਰਜ ਕਰਦੇ ਖਾਣੇ ਦੇ ਕਿਉਂਕਿ ਸਿਰਫ ਬੱਚੇ ਫਸੇ ਹੋਏ ਸੀ LMA ਕਰਕੇ ਕਿ ਉਹਨੂੰ LMA ਮਿਲੀ ਹੋਈ ਸੀ ਛੱਡ ਸਕਦੇ ਨਹੀਂ ਸੀਗੇ ਹਾਲਾਂਕਿ ਉਹ ਰੈਸਟੋਰੈਂਟ ਹੈ ਰੈਸਟੋਰੈਂਟ ਸ਼ਾਮ ਨੂੰ ਸਬਜ਼ੀ ਸਿੱਟਦੇ ਵੀ ਹੋਣਗੇ ਪਰ ਉਹ ਕਹਿੰਦੇ ਸੀ ਬੱਚਿਆਂ ਤੋਂ ਅਸੀਂ ਪੈਸੇ ਐਵਰੀਡੇ ਬੱਚੇ ਨੂੰ ਦੱਸਿਆ ਕਿ ਸਾਥੋਂ ਅੰਕਲ ਉਹ ਪੈਸੇ ਚਾਰਜ ਕਰਦਾ ਰੋਜ਼ ਦੇ ਖਾਣੇ ਦੇ ਉਹ ਬੰਦੇ ਦੀ ਜ਼ਮੀਰ ਜਦੋਂ ਮਰ ਜੇ ਫਿਰ ਉਹ ਕੁਝ ਵੀ ਕਰ ਸਕਦਾ ਤੇ ਗਵਰਨਮੈਂਟ ਨੂੰ ਇਹਨਾਂ ਚੀਜ਼ਾਂ ਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਤੁਸੀਂ ਚਾਹੇ ਮਿਨਿਸਟਰ ਨੂੰ ਪੁੱਛ ਲਓ ਚਾਹੇ ਪ੍ਰਾਈਮ ਮਿਨਿਸਟਰ ਨੂੰ ਪੁੱਛ ਲਓ ਉਹਨਾਂ ਨੇ ਕਦੇ ਵੀ LMI ਬਾਰੇ ਸਵਾਲ ਦਾ ਸਿੱਧਾ ਜਵਾਬ ਨਹੀਂ ਦੇਣਾ ਹੁਣ ਉਹ ਕੀ ਕਰਦੇ ਆ ਇੱਕ ਆਮ ਬੰਦਾ ਭੋਲਾ ਬੰਦਾ ਜਿਹਨੂੰ ਨਹੀਂ ਪਤਾ ਇਸ ਗੱਲ ਦਾ ਉਹਨੂੰ ਉਹ ਅਪਰੋਚ ਕਰਦੇ ਕਿ ਤੂੰ ਗੱਲ ਸੁਣ ਤੂੰ ਕੋਈ ਕੰਮ ਸ਼ੁਰੂ ਕਰ ਲੈ ਤੈਨੂੰ ਅਸੀਂ ਕਰਾ ਦਿੰਦੇ ਹਾਂ ਉਹ ਕਹਿੰਦਾ ਮੇਰੇ ਕੋਲ ਪੈਸੇ ਹੈ ਨਹੀਂ ਉਹ ਕਹਿੰਦਾ ਤੈਨੂੰ ਐਂ ਕਰ ਤੇਰੇ ਘਰ 'ਤੇ ਹੈਗਾ ਰੂਮ ਘਰ ਨੂੰ ਰੀਫਾਈਨੈਂਸ ਕਰਾ ਲੈ ਜਾਂ ਘਰ 'ਤੇ ਤੂੰ ਲਾਈਨ ਆਫ ਕ੍ਰੈਡਿਟ ਚੱਕ ਲੈ ਉਹਨੇ ਘਰ ਨੂੰ ਰੀਫਾਈਨੈਂਸ ਕਰਾ ਲਿਆ ਰੀਫਾਈਨੈਂਸ ਕਰਾ ਕੇ ਬਿਜ਼ਨਸ ਨੂੰ ਉਹਨੇ ਕੁਛ ਨਹੀਂ ਪਤਾ ਕੀਤਾ ਬਿਜ਼ਨਸ ਨੂੰ ਉਹ ਦਵਾਤਾ ਜਿਹਦੇ 'ਚ ਕੁਛ ਨਹੀਂ ਸਿਰਫ LMI ਵੇਚਣੀ ਸੀ ਹੁਣ ਉਹ ਨਾ ਤਾਂ LMI ਵਾਲੇ ਚੱਲ ਰਿਹਾ ਉੱਧਰ ਇੰਟਰਸਟ ਵੱਧ ਗਈ ਹੁਣ ਘਰ ਦੀ ਪੇਮੈਂਟ ਵੀ ਨਹੀਂ ਪੂਰੀ ਹੋ ਰਹੀ ਜੋ ਸਾਡੇ ਬਿਜ਼ਨਸਿਸ ਨੇ ਬਿਜ਼ਨਸਿਸ ਦੇ ਬਹੁਤ ਪੱਖ ਨੇ ਜਿਨ੍ਹਾਂ 'ਤੇ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ ਅਤੇ ਪਿਛਲੇ ਕੁਝ ਟਾਈਮ ਤੋਂ ਇੱਕ ਬੜਾ ਅਨੋਖਾ ਬੜਾ ਟਿਪੀਕਲ ਕੈਨੇਡੀਅਨ ਟਰੈਂਡ ਅਸੀਂ ਇਸ ਨੂੰ ਕਹਿ ਸਕਦੇ ਹਾਂ ਕਿ ਬਿਜ਼ਨਸਿਸ ਦੇ ਵਿੱਚ ਸ਼ੁਰੂ ਹੋਇਆ ਕਿਉਂਕਿ ਕੈਨੇਡੀਅਨ ਜਿਹੜੀ ਗਵਰਨਮੈਂਟ ਦਾ ਇਮੀਗ੍ਰੇਸ਼ਨ ਦਾ ਇੱਕ ਪ੍ਰੋਗਰਾਮ ਹੈ ਜਿਹੜਾ LMI ਹੈ ਜਿਸ ਨੂੰ ਕਹਿੰਦੇ ਨੇ ਲੇਬਰ ਮਾਰਕੀਟ ਅਸੈਸਮੈਂਟ ਜਿਹਦੇ ਤਹਿਤ ਕੰਪਨੀਜ਼ ਬਿਜ਼ਨਸਿਸ ਫੋਰਨ ਵਰਕਰਜ਼ ਹਾਇਰ ਕਰ ਸਕਦੀਆਂ ਨੇ ਅਤੇ ਇਹ ਜੈਨੂਅਨਲੀ ਜਿਹੜੇ ਫੋਰਨ ਵਰਕਰਜ਼ ਨੇ ਉਹ ਹਾਇਰ ਕਰਨ ਵਾਸਤੇ ਪ੍ਰੋਗਰਾਮ ਸਰਕਾਰ ਨੇ ਕਿਸੇ ਵੇਲੇ ਇੰਟਰੋਡਿਊਸ ਕੀਤਾ ਸੀ ਪਰ ਹੌਲੀ ਹੌਲੀ ਉਹ ਜਿਵੇਂ ਸਾਡੇ ਧਰਮਾਂ ਦੇ ਵਿੱਚ ਬਹੁਤ ਸਾਰੀਆਂ ਰੀਤੀ ਰਿਵਾਜ ਨੇ ਜਿਹੜੇ ਸ਼ੁਰੂ ਕਿਸੇ ਹੋਰ ਪਰਪਜ਼ ਨਾਲ ਹੋਏ ਹੁੰਦੇ ਸੀ ਬਾਅਦ ਦੇ ਵਿੱਚ ਉਹਨਾਂ ਦਾ ਕੁਛ ਹੋਰ ਹੀ ਮੂੰਹ ਮੱਥਾ ਬਣ ਜਾਂਦਾ ਕਿ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਇਹ ਸ਼ੁਰੂ ਕਿਸ ਵਾਸਤੇ ਹੋਇਆ ਸੀ ਸੋ ਜਿਹੜਾ ਇਹ LMI ਵੀ ਇਸੇ ਤਰ੍ਹਾਂ ਦੀ ਚੀਜ਼ ਹੈ ਕਿ ਆਪਣੀ ਤਰ੍ਹਾਂ ਇਹ ਇੰਡਸਟਰੀ ਬਣ ਗਈ ਹੈ ਇਹ ਬਣਾਇਆ ਤਾਂ ਵਰਕਰਜ਼ ਹਾਇਰ ਕਰਨ ਵਾਸਤੇ ਸੀ ਪਰ ਇਹ ਅਲਟੀਮੇਟਲੀ ਜਿਹੜੀ ਕੈਨੇਡੀਅਨ ਸਟੇਟਸ ਹੈ ਵਰਕ ਪਰਮਿਟ ਹੈ ਜਾਂ PR ਵੇਚਣ ਦਾ ਇੱਕ ਟੂਲ ਬਣ ਗਿਆ ਅਤੇ ਉਹਦੇ ਸਿਰ ਦੇ ਉੱਤੇ ਇੱਕ ਇੰਡਸਟਰੀ ਖੜੀ ਹੋਈ ਅਤੇ ਇੰਡਸਟਰੀ ਉਹ ਨਿਰਾਪੁਰਾ ਇਮੀਗ੍ਰੇਸ਼ਨ ਸੈਕਟਰ 'ਚ ਨਹੀਂ ਹੋਈ ਬਿਜ਼ਨਸਿਸ ਦੇ ਵਿੱਚ ਵੀ ਹੋ ਗਈ ਸੋ ਗੱਲ ਅੱਜ ਸਾਡੀ ਹੈਗੀ ਹੈ ਬਿਜ਼ਨਸਿਸ 'ਤੇ ਫੋਕਸ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਬਿਜ਼ਨਸਿਸ ਸਾਹਮਣੇ ਆਏ ਜਿਨ੍ਹਾਂ ਦੇ ਬਾਹਰ 'ਤੇ ਫੱਟਾ ਕਿਸੇ ਹੋਰ ਬਿਜ਼ਨਸ ਦਾ ਹੀ ਲੱਗਿਆ ਪਰ ਅੰਦਰ ਉਹਨਾਂ ਦੀ ਜਿਹੜੀ ਆਮਦਨ ਦਾ ਇੱਕ ਅੱਛਾ ਖਾਸਾ ਸਰੋਤ ਇਹ ਮੰਨਿਆ ਗਿਆ ਕਿ LMI ਵੇਚਾਂਗੇ ਇਲੀਗਲ ਤਰੀਕੇ ਨਾਲ ਅਤੇ ਔਰ ਇਹ ਫੈਕਟ ਹੈ ਮਤਲਬ ਸਾਨੂੰ ਸੁਣ ਕੇ ਕਈ ਵਾਰ ਅਸੀਂ ਇਹੋ ਜਿਹੀਆਂ ਟੌਪਿਕਸ 'ਤੇ ਗੱਲ ਨਹੀਂ ਕਰਨਾ ਚਾਹੁੰਦੇ ਪਰ ਇਹ ਰਿਐਲਿਟੀ ਹੈ ਸੋ ਅੱਜ ਅਸੀਂ ਇਹਦੇ ਬਾਰੇ ਗੱਲਬਾਤ ਕਰਾਂਗੇ ਕਿ ਜਿਹੜਾ ਇਹ ਬਿਜ਼ਨਸ ਮਾਡਲ ਹੈ ਇਹ ਕਿਸ ਤਰ੍ਹਾਂ ਦੀ ਸਿਰਦਰਦੀ ਪੈਦਾ ਕਰ ਰਿਹਾ ਬਹੁਤ ਸਾਰੇ ਉਹਨਾਂ ਬਿਜ਼ਨਸਿਸ ਵਾਸਤੇ ਜਿਨ੍ਹਾਂ ਨੇ ਕਿਸੇ ਦੇ ਕਹੇ ਕਹਾਏ ਤੋਂ ਸੁਣਾ ਕੇ ਇਹੋ ਜਿਹੇ ਪੰਗੇ ਲੈ ਲਏ ਪਰ ਮੁੜ ਕੇ ਇਹ ਕਹਾਣੀ ਉਲਝਣੀ ਸ਼ੁਰੂ ਹੋ ਗਈ ਅਤੇ ਜਸ ਭੁੱਲਰ ਬਿਜ਼ਨਸ ਜਿਹੜੀ ਕਮਰਸ਼ੀਅਲ ਮੌਰਗੇਜ ਹੈ ਉਹਦੇ ਖੇਤਰ 'ਚ ਕੰਮ ਕਰਦੇ ਨੇ ਬਿਜ਼ਨਸਿਸ ਨਾਲ ਡੀਲ ਕਰਦੇ ਨੇ ਅਤੇ ਔਰ ਬਿਜ਼ਨਸਿਸ ਦੇ ਵਿੱਚ ਜੋ ਟਰੈਂਡਸ ਨੇ ਉਹਨਾਂ 'ਤੇ ਬੜੀ ਨੇੜੇ ਤੋਂ ਨਿਗਾਹ ਰੱਖਦੇ ਨੇ ਅਤੇ ਉਹਨਾਂ ਨੇ ਸਾਡੀ ਇਹ ਬੇਨਤੀ ਮੰਨੀ ਅਤੇ ਇਸ ਟੌਪਿਕ 'ਤੇ ਗੱਲ ਕਰਨ ਲਈ ਸਾਡੇ ਨਾਲ ਹਾਜ਼ਰ ਹੋਏ ਨੇ ਸਟੂਡੀਓ 'ਚ ਜਸ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਸੁਨੀਲ ਜੀ ਤੁਹਾਡਾ ਡਬਲ ਸ਼ੁਕਰੀਆ ਤੁਸੀਂ ਇਸ ਟੌਪਿਕ 'ਤੇ ਗੱਲ ਕਰਨ ਲਈ ਮੰਨੇ ਹੋ ਥੈਂਕ ਯੂ ਵੈਰੀ ਮਚ ਤੁਹਾਨੂੰ ਵੀ ਤਾਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਜੀ
ਆਈ ਨੋ ਟਫ ਪੇਸ਼ਾ ਜੀ, ਹਰ ਕੋਈ ਇਹ ਤੇ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਸਾਨੂੰ ਬਾਅਦ 'ਚ ਫੋਨ ਬਹੁਤ ਆਉਂਦੇ ਆ ਹਾਂਜੀ ਕਿ ਇਹਦੇ ਤੁਸੀਂ ਗੱਲ ਕਿਉਂ ਛੇੜੀ, ਕੀ ਤੁਸੀਂ ਲੱਭਿਆ, ਸੋਨੂੰ ਕੀ ਹੋਇਆ। ਮੈਂ ਪਹਿਲਾਂ ਸਟਾਰਟਿੰਗ 'ਚ ਹੀ ਕਹਿ ਦੇਣਾ, ਜੇ ਕੱਲ੍ਹ ਨੂੰ ਮੈਨੂੰ ਕੋਈ ਨਾਂ ਪੁੱਛੂ ਆਫ ਦੀ ਈਅਰ ਵੀ ਮੈਂ ਨਾਂ ਨਹੀਂ ਦੱਸ ਸਕਦਾ। ਨਾਂ ਅਸੀਂ ਦੱਸਣਾ ਨਹੀਂ ਹੈ, ਪਰ ਮਤਲਬ ਬਿਨਾਂ ਨਾਂ ਤੋਂ ਹੀ ਪਤਾ ਹੀ ਹੈ, ਕਿਉਂਕਿ ਬਾਅਦ 'ਚ ਸਾਨੂੰ ਬਹੁਤ ਫੋਨ ਆਉਂਦੇ ਜੀ ਕਿ ਭਾਜੀ ਹੁਣ ਤਾਂ ਦੱਸ ਦਿਓ ਕੌਣ ਸੀਗਾ, ਹੈ ਨਾ। ਸੌਰੀ ਅਸੀਂ ਉਹ ਨਾਂ ਹੀ ਲੈ ਸਕਦੇ ਕਿਉਂਕਿ ਸਾਡੀ ਦੇਖੋ ਨਹੀਂ, ਮੈਨੂੰ ਵੀ ਕਿਸੇ ਨੇ ਦੱਸਿਆ ਕਿ ਕੋਈ ਚੰਗਾ ਨਾਮੀ ਬਿਜ਼ਨਸ, ਉਹਨਾਂ ਦੀ ਕਿਸੇ ਨੂੰ ਪ੍ਰਪੋਜ਼ਲ ਗਈ ਜਾਂ ਕਿਸੇ ਨੇ ਉਹਨਾਂ ਨੂੰ ਦਿੱਤੀ ਕਿ ਤੁਸੀਂ ਨਾ ਸਾਨੂੰ $1,00,000 ਦੇ ਦਿਓ, ਸਾਡੀ ਜਿਹੜਾ ਜਿਵੇਂ ਫਰੈਂਚਾਈਜ਼ੀ ਬਿਜ਼ਨਸ ਚੱਲਦਾ ਅਤੇ ਇਸ ਤੋਂ ਸਾਡੀ ਤੁਸੀਂ ਲੋਕੇਸ਼ਨ ਖੋਲ੍ਹ ਲਓ ਨਵੀਂ, ਅਤੇ ਤੁਹਾਡਾ ਬਿਜ਼ਨਸ ਤਾਂ ਚੱਲਣਾ ਹੀ ਹੈ, ਨਾਲ ਨਾਲ ਤੁਹਾਨੂੰ ਅਸੀਂ ਸਾਲ ਦੀਆਂ 2-3 LMI ਤਾਂ ਅਸੀਂ ਭੇਜ ਦਿਆ ਕਰਨੀਆਂ। ਬਿਲਕੁਲ ਸਹੀ ਹੈ ਜੀ, ਕੋਈ ਸ਼ੱਕ ਨਹੀਂ ਜੀ, ਇਹ ਚੱਲਦਾ ਜੀ ਕਾਫੀ ਵੱਡੇ ਲੈਵਲ 'ਤੇ ਚੱਲ ਰਿਹਾ ਇਸ ਟਾਈਮ। ਜੇ ਤੁਸੀਂ ਲੱਭਣਾ ਸ਼ੁਰੂ ਕਰੋ ਕਾਫੀ ਵੱਡੇ ਲੈਵਲ 'ਤੇ, ਮੇਰੇ ਕੋਲ ਬਹੁਤ ਸਾਰੇ ਸੱਜਣ ਆਉਂਦੇ ਆ ਜਿਨ੍ਹਾਂ ਨਾਲ ਮੈਂ, ਕਿਉਂਕਿ ਮੇਰੀ ਇੱਕ ਕੁਦਰਤੀ ਗੱਲ ਹੈ ਵੀ ਫਾਈਨੈਂਸ਼ੀਅਲ 'ਚ ਹੋਣ ਕਰਕੇ ਮੇਰੀ ਪਰਿਵਾਰਕ ਸਾਂਝ ਬਣ ਜਾਂਦੀ ਹੈ। ਉਹਨਾਂ ਦੇ ਬੈਡਰੂਮ ਜਿਵੇਂ ਕਹਿ ਦਿਓ ਵੀ ਅਸੀਂ ਘਰ ਦੇ ਅੰਦਰ ਤੱਕ ਸਾਨੂੰ ਪਤਾ ਹੁੰਦਾ ਕਿ ਕੀ ਹੋ ਰਿਹਾ, ਫਾਈਨੈਂਸ਼ੀਅਲੀ ਕੀ ਹੋ ਰਿਹਾ, ਉਹਨਾਂ ਦੇ ਘਰੇ ਕਿੱਥੇ ਚੱਲ ਰਿਹਾ ਉਹ। ਸੋ ਇਸ ਕਰਕੇ ਕਈ ਵਾਰੀ ਸਾਡੇ ਕੋਲ ਆ ਕੇ ਇਹ ਨਹੀਂ ਕਿ ਅਣਜਾਣੇ ਦੇ ਵਿੱਚ ਬਕਾਇਦਾ ਸਾਡੇ ਨਾਲ ਗੱਲਬਾਤ ਕਰਦੇ ਆ ਬਹਿ ਕੇ ਕਿ ਭਾਜੀ ਆਹ ਕੁਛ ਹੋ ਰਿਹਾ ਹੈਗਾ, ਅਸੀਂ ਇਸ ਕਰਕੇ ਕਰ ਲਿਆ ਸੀ, ਬਾਅਦ 'ਚ ਫਿਰ ਕਹਿੰਦੇ ਅਸੀਂ ਪੰਗਾ ਲੈ ਲਿਆ ਸੀਗਾ, ਪਰ ਹੁਣ ਉਹ ਗਲ ਪੈ ਗਿਆ ਸਾਡੇ। ਹੁਣ ਤੁਸੀਂ ਦੱਸੋ ਵੀ ਅਸੀਂ ਕੀ ਕਰੀਏ। ਦੇਖੋ ਜੋ ਮੈਨੂੰ ਸੁਣਨ 'ਚ ਆਇਆ, ਮੇ ਬੀ ਤੁਸੀਂ ਇਹਨੂੰ ਕਨਫਰਮ ਕਰ ਸਕਦੇ ਹੋ, ਰੈਸਟੋਰੈਂਟ ਬਿਜ਼ਨਸ, ਟਰੱਕਿੰਗ 'ਚ, ਇਹ ਦੋ ਤੇ ਵੱਡੇ ਨੇ ਜਿਨ੍ਹਾਂ 'ਚ ਬਹੁਤ ਜਿਹੜੇ ਅਸੀਂ ਫਿਲਹਾਲ ਦੇਖ ਰਹੇ ਹਾਂ, ਉਹਦੇ 'ਚ ਅੱਛਾ ਖਾਸਾ ਇੱਕ ਕੰਪੋਨੈਂਟ ਇਹ ਵੀ ਹੈ ਜਿਹਦੇ ਕਰਕੇ ਚੱਲ ਰਿਹਾ। ਹੋਰ ਵੀ ਕਈ ਏਰੀਆਜ਼ ਨੇ ਜਿਹੜੇ ਡਿਵੈਲਪ ਹੋਏ ਆ। ਰੈਸਟੋਰੈਂਟ ਤਾਂ ਖਾਸ ਕਰਕੇ ਤੁਸੀਂ ਦੇਖੋਗੇ ਜੀ, ਕਈ ਰੈਸਟੋਰੈਂਟ ਇੱਦਾਂ ਦੇ ਹੈ, ਸਾਡੇ ਸੱਜਣ ਜਾਣਦੇ ਹੋਣਗੇ, GT 'ਚ ਕਾਫੀ ਉਹਨਾਂ ਦੀਆਂ ਬ੍ਰਾਂਚਾਂ ਵੀ ਹੈਗੀਆਂ, ਉਹਨਾਂ ਦੀ ਬ੍ਰਾਂਚ ਦੇ ਉੱਤੇ ਸਿਰਫ ਓਪਨ ਦਾ ਸਾਈਨ ਲੱਗਿਆ, ਉੱਥੇ ਕਦੇ ਕੋਈ ਕਾਰ ਖੜੀ ਨਹੀਂ ਦੇਖੀ, ਕੋਈ ਇੰਪਲਾਈ ਦੀ ਕਾਰ ਵੀ ਨਹੀਂ ਦੇਖੀ, ਹੋਰ ਤਾਂ ਦੇਖਣੀ ਕੀ ਹੈ। ਅਤੇ ਉਹਨਾਂ ਨੇ 2 ਬ੍ਰਾਂਚਾਂ ਹੋਰ ਖੋਲ੍ਹਤੀਆਂ ਅਤੇ ਮੈਨੂੰ ਇੱਕ ਵਾਰੀ ਜਾਣ ਦਾ ਮੌਕਾ ਮਿਲਿਆ, ਮੈਂ ਉਹਨਾਂ ਦੇ ਜਾ ਕੇ ਦੇਖਿਆ ਤਾਂ ਡੋਰ ਲੌਕ ਸੀਗਾ। ਮੈਂ ਨੰਬਰ 'ਤੇ ਕਾਲ ਕੀਤੀ, ਮੈਂ ਕਿਹਾ ਜੀ ਤੁਹਾਡਾ ਡੋਰ ਲੌਕ ਹੈ, ਅਤੇ ਕਹਿੰਦਾ ਭਾਜੀ ਸਾਡੇ ਗੈਸ ਦਾ ਇਸ਼ੂ ਆ ਗਿਆ ਸੀ, ਇਸ ਕਰਕੇ ਅਸੀਂ ਹਫ਼ਤੇ ਵਾਸਤੇ ਬੰਦ ਹਾਂ। ਪਰ ਮੈਂ ਕਿਹਾ ਜੀ ਸਾਈਨ ਤਾਂ ਓਪਨ ਦਾ ਲਾਇਆ ਪਿਆ ਬਾਹਰ। ਉਹ ਕਹਿੰਦਾ ਫਿਰ ਉਹਦੇ ਭੁੱਲ ਗਏ ਹੋਣਗੇ, ਉੱਪਰ ਜਾਂਦੇ ਜਾਂਦੇ ਕਿਤੇ ਬੰਦ ਕਰਨਾ ਭੁੱਲ ਗਏ ਹੋਣਗੇ। ਚਲੋ ਹਫ਼ਤਾ ਲੰਘ ਗਿਆ, ਹਫ਼ਤੇ ਬਾਅਦ ਫਿਰ ਇੱਕ ਦਿਨ ਮੈਂ ਟਰਾਈ ਕੀਤੀ ਜਾ ਕੇ ਦੇਖ ਕੇ, ਸਿਰਫ ਮੈਂ ਇਸ ਕਰਕੇ ਗਿਆ ਸੀ ਕਿਉਂਕਿ ਮੈਨੂੰ ਪਤਾ ਲੱਗਿਆ ਸੀਗਾ ਉਹ ਫਿਰ ਬੰਦ ਸੀ। ਮੈਂ ਫਿਰ ਉਹਨਾਂ ਨੂੰ ਕਾਲ ਕੀਤੀ, ਉਹਨੇ ਕਾਲ ਨਹੀਂ ਚੱਕੀ। ਥੋੜ੍ਹੇ ਦੇਰ ਬਾਅਦ ਮੈਂ ਫਿਰ ਕਾਲ ਕੀਤੀ ਅਤੇ ਮੈਨੂੰ ਕਹਿਣ ਲੱਗੀ ਤੁਹਾਨੂੰ ਪ੍ਰੋਬਲਮ ਕੀ ਹੈ, ਤੁਸੀਂ ਕਿਉਂ ਸਾਨੂੰ ਵਾਰ-ਵਾਰ ਫੋਨ ਕਰੀ ਜਾਂਦੇ ਹੋ। ਮੈਂ ਕਿਹਾ ਜੀ ਪ੍ਰੋਬਲਮ ਕੋਈ ਨਹੀਂ, ਮੈਂ ਤਾਂ ਲੰਘਿਆ ਸੀ, ਮੈਂ ਖਾਣਾ ਚਾਹੁੰਦਾ ਸੀ, ਮੈਂ ਖਾ ਲਾਂ। ਕਹਿੰਦੇ ਤੁਸੀਂ ਕਿਤੇ ਹੋਰ ਖਾ ਲਓਗਾ, ਛੱਡੋ ਪਰੇ, ਕਾਹਨੂੰ ਚੱਕਰਾਂ 'ਚ ਪੈਂਦੇ ਹੋ। ਸੋ ਇਹ ਰਿਐਲਿਟੀ ਹੈ ਜੀ, ਮੈਂ ਆਪ ਖੁਦ ਇਹ ਚੀਜ਼ ਨੂੰ ਫੇਸ ਕੀਤਾ ਹੈ, ਕਿਉਂਕਿ ਜਦੋਂ ਤੁਸੀਂ ਔਨ ਦੀ ਏਅਰ ਆਉਣਾ ਤਾਂ ਇੱਥੇ ਕਿਤੇ ਆ ਕੇ ਤੁਹਾਡੇ ਕੋਲ ਬੈਠਣਾ ਹੈ ਅਤੇ ਸਾਡੇ ਕੋਲ ਪ੍ਰੂਫ ਹੋਣੇ ਚਾਹੀਦੇ ਤਾਂ ਕਿ ਕੱਲ੍ਹ ਨੂੰ ਮੈਨੂੰ ਆ ਕੇ ਪੁੱਛ ਲਏ। ਤਾਂ ਉਹਨਾਂ ਨੇ ਉਦੋਂ ਬਾਅਦ 3 ਬ੍ਰਾਂਚਾਂ ਹੋਰ ਚੱਲ ਰਹੀਆਂ, ਉਹਨਾਂ ਦੀ ਗ੍ਰੈਂਡ ਓਪਨਿੰਗ ਆ ਥੋੜ੍ਹੇ ਦਿਨ ਪਹਿਲਾਂ ਹੋ ਕੇ ਹਟੀ ਹੈ। ਮੈਂ ਸਰਪ੍ਰਾਈਜ਼ ਸੀ, ਮੈਂ ਕਿਹਾ ਵੀ ਪਹਿਲੀ ਬ੍ਰਾਂਚ ਤਾਂ ਚੱਲ ਨਹੀਂ ਰਹੀ, ਉੱਥੇ ਕੋਈ ਬੰਦਾ ਵੀ ਹੈ ਨਹੀਂ ਗਾ। ਫਿਰ ਮੈਨੂੰ ਪਤਾ ਲੱਗਿਆ ਕਿ ਵਿੱਚੋਂ ਚੱਕਰ ਆ ਹੈ ਕਿ LMI ਦਾ ਚੱਕਰ ਚੱਲ ਰਿਹਾ। ਮਤਲਬ ਨਾਮ ਹੀ ਹੈ ਰੈਸਟੋਰੈਂਟ ਦਾ, ਅਤੇ ਅੰਦਰ ਤੇ ਬਿਜ਼ਨਸ ਕੋ ਹੋਰ ਚੱਲ ਰਿਹਾ ਹੈਗਾ। ਫਿਰ ਟਰੱਕਿੰਗ ਆ ਜਾਂਦਾ। ਟਰੱਕਿੰਗ ਦੇ ਵਿੱਚ ਥੋੜ੍ਹਾ ਜਿਹਾ ਸ਼ਮੀਲ ਜੀ ਇਹ ਹੈ ਕਿ ਟਰੱਕਿੰਗ ਦੇ ਵਿੱਚ ਫਿਜ਼ੀਕਲੀ ਕਰਨਾ ਪੈਂਦਾ। ਟਰੱਕਿੰਗ ਦੇ ਵਿੱਚ ਠੀਕ ਹੈ, ਤੁਸੀਂ ਇਹ ਨਹੀਂ ਟੋਟਲੀ ਫੇਕ ਨਹੀਂ ਚੱਲਦਾ ਟਰੱਕਿੰਗ ਦੇ ਵਿੱਚ। ਟਰੱਕਿੰਗ ਦੇ ਵਿੱਚ ਇੱਕ ਨਾਲ ਐਡੀਸ਼ਨਲ ਇਨਕਮ ਹੋ ਜਾਂਦੀ ਹੈ। ਜੇ ਮੰਨ ਲਓ ਤੁਹਾਡੇ ਕੋਲ 10 ਟਰੱਕ ਚੱਲਦੇ ਅਤੇ ਤੁਸੀਂ 12 ਬੰਦਿਆਂ ਨੂੰ ਜਾਂ 13 ਬੰਦਿਆਂ ਜਾਂ 15 ਬੰਦਿਆਂ ਨੂੰ ਵੀ LMI ਦੇਤੀ, ਉਹ ਚੱਲ ਜਾਂਦਾ ਹੈ। ਪਰ ਜੇ ਤੁਸੀਂ ਕਹੋ ਵੀ ਟੋਟਲੀ, ਜਿਵੇਂ ਹੁਣ ਮੈਂ ਰੈਸਟੋਰੈਂਟ ਦੀ ਗੱਲ ਦੱਸੀ ਹੈ, ਉੱਥੇ ਕੁਛ ਵੀ ਨਹੀਂ ਹੈਗਾ, ਸਿਰਫ ਇੱਕ ਯੂਨਿਟ ਰੈਂਟ ਕਰ ਲਈ ਤਾਂ ਰੈਂਟ ਕਰਕੇ ਮੁੜ ਕੇ ਉੱਥੋਂ ਤੁਸੀਂ LMI ਦੇਤੀ। ਪਰ ਟਰੱਕਿੰਗ 'ਚ ਇਹ ਹੈ। ਅਤੇ ਹੋਰ ਬਿਜ਼ਨਸ ਹੈਗੇ ਜੀ ਜਿਨ੍ਹਾਂ ਦੇ ਵਿੱਚ ਇਸ ਟਾਈਮ ਸਾਡੇ ਸੱਜਣ ਹੈ ਜਿਹੜੇ ਉਹ ਕਾਫੀ ਸਟਰਗਲ ਕਰ ਰਹੇ। ਕਿਸ ਤਰ੍ਹਾਂ ਦੇ ਬਿਜ਼ਨਸ ਜਿਹੜੇ ਤੁਹਾਡੇ ਨਜ਼ਰ 'ਚ ਆਇਆ? ਹੋਰ ਜਿਵੇਂ ਹੋਲਸੇਲ ਦੇ ਆ ਜੀ, ਹੋਲਸੇਲ ਦਾ ਕੋਈ ਬਿਜ਼ਨਸ ਖੋਲ੍ਹ ਲਿਆ, ਉੱਥੇ ਹੈ ਕੁਛ ਵੀ ਨਹੀਂ, ਅੰਦਰ ਵੇਅਰ ਹਾਊਸ ਰੈਂਟ ਕਰ ਲਿਆ, ਉਹ 'ਚ ਕਾਫੀ ਅੰਦਰ ਦਿਖਾ ਰਹੇ ਹੈਗੇ। ਜਾਂ ਫਿਰ ਕਈ ਸੱਜਣ ਇਹੋ ਜਿਹੇ ਫਸੇ ਹੋਏ ਜਿਨ੍ਹਾਂ ਨੇ ਬਿਜ਼ਨਸ ਚੱਲਦਾ ਬਾਏ ਕਰ ਲਿਆ ਸਿਰਫ ਇਸ ਕਰਕੇ ਕਿ ਉਹਨਾਂ ਨੇ ਕਿਹਾ ਕਿ ਅਸੀਂ ਜੀ ਇੰਨੇ ਬੰਦੇ ਨੂੰ LMI ਦਿੱਤੀ ਹੋਈ ਹੈ, ਬਿਜ਼ਨਸ ਸੇਲ 'ਤੇ ਹੈ, ਉਹਨੇ ਬਿਜ਼ਨਸ ਲੈ ਲਿਆ। ਉਦੋਂ ਚਾਅ ਦੇ ਵਿੱਚ ਕੁਛ ਵੀ ਨਹੀਂ ਚੈੱਕ ਕੀਤਾ, ਕਿਉਂਕਿ ਤੁਸੀਂ ਤੁਹਾਡੇ ਕੋਲ ਹੋਰ ਸੱਜਣ ਵੀ ਆਉਂਦੇ ਆ, ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਹਾਂ ਕਿ ਤੁਸੀਂ ਫਾਈਨੈਂਸ਼ੀਅਲ ਚੈੱਕ ਕਰੋ ਉਹਨਾਂ ਦੀਆਂ, ਫਾਈਨੈਂਸ਼ੀਅਲ ਇਕੱਲੇ ਇਹ ਨਹੀਂ ਕਿ ਫਿਜ਼ੀਕਲੀ ਜਾ ਕੇ ਵੀ ਚੈੱਕ ਕਰੋ। ਇਹਨਾਂ ਦੀਆਂ ਜਿਹੜੇ ਬਿਜ਼ਨਸ ਪ੍ਰੋਬਲਮਸ ਨੇ ਉਹਨਾਂ ਬਾਰੇ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਪਹਿਲਾਂ ਕੁਛ ਏਰੀਆਜ਼ ਆਈਡੈਂਟੀਫਾਈ ਕਰ ਲਿਆ। ਗ੍ਰੀਨ ਹਾਊਸ 'ਤੇ ਵੀ ਗੱਲ ਕੀਤੀ ਹੈ ਕੁਛ ਦੋਸਤਾਂ ਨੇ। ਇਹ ਵੀ ਬਿਲਕੁਲ ਜੀ, ਗ੍ਰੀਨ ਹਾਊਸ ਦਾ ਇਸ ਟਾਈਮ ਬਹੁਤ ਵੱਡਾ ਚੱਲ ਰਿਹਾ। ਇਕੱਲਾ ਗ੍ਰੀਨ ਹਾਊਸ ਹੀ ਨਹੀਂ, ਫਾਰਮ ਦਾ ਚੱਲ ਰਿਹਾ ਜੀ, ਫਾਰਮ ਦੇ ਵੀ ਚੱਲ ਰਿਹਾ, ਐਪਲ ਫਾਰਮ ਗ੍ਰੀਨ ਹਾਊਸ ਆ ਗਿਆ ਉਹਦੇ 'ਚ। ਤਾਂ ਉਹਦੇ 'ਚ ਕਾਫੀ ਜਿਵੇਂ ਹੋਰ ਅੱਗੇ ਗਾਹਾਂ ਫਾਰਮ ਦੇ ਕੋਲਡ ਸਟੋਰ ਹੁੰਦੇ ਆ, ਉਹ ਕੋਲਡ ਸਟੋਰ ਦਾ ਵੀ ਚੱਲ ਰਿਹਾ ਹੈਗਾ। ਤਾਂ ਗ੍ਰੀਨ ਹਾਊਸ ਦਾ ਤਾਂ ਕਾਫੀ ਵੱਡਾ ਹੈ। ਗ੍ਰੀਨ ਹਾਊਸ ਤਾਂ ਜਿੱਥੇ ਤੁਹਾਨੂੰ ਇਸ ਟਾਈਮ ਤੁਹਾਨੂੰ ਦੇਖੋਗੇ ਬਾਹਰ ਜੇ ਕਿਸੇ ਸੱਜਣ ਨੇ ਪਤਾ ਕਰਨਾ ਤਾਂ ਗ੍ਰੀਨ ਹਾਊਸ ਦੀਆਂ ਪ੍ਰਾਈਸਾਂ ਕਾਫੀ ਹਾਈ ਹੋਈਆਂ ਪਈਆਂ। ਮੈਨੂੰ ਤਾਂ ਕੋਈ ਦੱਸ ਰਿਹਾ ਸੀ ਇਮੀਗ੍ਰੇਸ਼ਨ ਵਾਲਿਆਂ ਨੇ ਵੀ ਆਪਣੇ ਰੈਸਟੋਰੈਂਟ ਆਪ ਹੀ ਖੋਲ੍ਹ ਲਏ ਨੇ। ਇਕੱਲੇ ਰੈਸਟੋਰੈਂਟ ਨਹੀਂ, ਗ੍ਰੀਨ ਹਾਊਸ ਵੀ ਲਏ ਹੋਏ ਆ। ਗ੍ਰੀਨ ਹਾਊਸ ਵੀ ਲਏ ਆ। ਹੁਣ ਆਪਣੇ ਦੋਨੇ ਪਾਸੇ ਪੈਸੇ ਆਪਣੇ ਹੀ ਨੇ, ਆਪਣੇ ਹੀ, ਸਾਰਾ ਕਿਤੇ ਬਾਹਰ ਨਹੀਂ ਜਾਣ ਦੇਣਾ, ਸਿਰਫ ਆਪਣਾ ਹੀ ਹੈ। ਤਾਂ ਬਲਕਿ ਉਹ ਵਾਕਈ ਸਹੀ ਹੈ। ਔਰ ਉਹਦੇ 'ਚ ਜਿਹੜੀ ਬੱਚਿਆਂ ਦੀ ਮਿਸਯੂਜ਼ ਹੋ ਰਹੀ ਹੈ ਜੀ, ਉਹ ਟੂ ਮੱਚ ਹੈ। ਇੱਥੋਂ ਤੱਕ ਕਿ ਉਹਨਾਂ ਨੇ ਬੱਚਿਆਂ ਤੋਂ LMI ਦੇਤੀ।
ਮਿਡਲ 'ਚ ਜਾ ਕੇ ਉਹ ਕਹਿੰਦੇ ਜੀ ਤੁਹਾਨੂੰ $10,000 ਹੋਰ ਦੇਣਾ ਪੈਣਾ ਹੈ। ਉਹ ਕਹਿੰਦੇ ਵੀ ਕਿਉਂ? ਕਹਿੰਦੇ ਕਿਉਂਕਿ ਸਾਡੀ ਲੀਜ਼ ਵੱਧ ਗਈ। ਉਹਨੇ ਸਾਡੀ ਲੀਜ਼ ਵਧਾਤੀ ਸਾਲ ਬਾਅਦ, ਜਦੋਂ ਕਿ ਉਹ ਆਪਾਂ ਨੂੰ ਪਤਾ ਹੈ ਕਿ ਕੰਟਰੈਕਟ ਹੁੰਦਾ ਕਿ ਇੰਨਾ ਛੇਤੀ ਇੰਨੀ ਲੀਜ਼ ਨਹੀਂ ਵੱਧ ਸਕਦੀ। ਚਲੋ ਹੋ ਸਕਦਾ ਪਰਸੈਂਟੇਜ ਹੋਊ ਕੁਛ 5% 10%, ਪਰ ਉਹ ਕਹਿੰਦੀ 10,000 ਦੇਣਾ ਪੈਣਾ। ਹੁਣ ਉਹ ਬੱਚਾ ਨਹੀਂ ਸੀ, ਬਲਕਿ ਉਹ 45 40 46 ਸਾਲ ਦਾ ਬੰਦਾ ਸੀਗਾ ਜਿਹੜਾ ਜਿਹਨੇ LMI ਲਈ ਹੋਈ ਸੀ। ਉਹ ਕਹਿੰਦਾ ਜੀ ਮੈਨੂੰ ਖੜੇ ਪੈਰ ਫਿਰ $10,000 ਉਹਨੂੰ ਕੈਸ਼ ਹੋਰ ਦੇਣਾ ਪਿਆ, ਕਿਉਂਕਿ ਉਹ ਕਹਿੰਦੇ ਵੀ ਨਹੀਂ ਫਿਰ ਅਸੀਂ ਬੰਦ ਕਰ ਲੱਗੇ ਇਹਨੂੰ, ਅਸੀਂ ਤਾਂ ਸਾਨੂੰ ਚੱਲਦਾ ਨਹੀਂ। ਚਾਰੇ ਪਾਸਿਓਂ ਮੈਨੂੰ ਕੋਈ ਪਿਛਲੇ ਦਿਨਾਂ 'ਚ ਮੇਰੀ ਕਿਸੇ ਨਾਲ ਗੱਲ ਹੋਈ, ਉਹ ਕਿਸੇ ਏਜੰਟ ਨਾਲ ਡੀਲ ਕਰ ਰਿਹਾ ਸੀ ਅਤੇ ਇੰਡੀਆ 'ਚ ਉਸ ਏਜੰਟ ਨੇ ਉਹਨੂੰ ਪੈਕੇਜ ਇਹ ਦਿੱਤਾ ਕਿ ਤੇਰਾ ਜਿਹੜਾ ਫੁੱਲ ਪੈਕੇਜ ਹੈ ਉਹਦੇ 'ਚ ਅਸੀਂ ਤੈਨੂੰ ਪਹਿਲਾਂ ਵਿਜ਼ਟਰ ਵੀਜ਼ਾ ਲਵਾ ਕੇ ਦੇਣਾ, ਉਸ ਤੋਂ ਬਾਅਦ ਜਦੋਂ ਤੂੰ ਕੰਟਰੀ 'ਚ ਪਹੁੰਚ ਗਿਆ ਫਿਰ ਅਸੀਂ ਤੈਨੂੰ LMI ਲੈ ਕੇ ਦੇਣੀ ਹੈ, ਅਤੇ ਇਸ ਤਰ੍ਹਾਂ ਤੇਰਾ PR ਤੱਕ ਦਾ ਪੂਰਾ ਪੈਕੇਜ ਉਹਨਾਂ ਨੇ ਬਣਾਇਆ। ਬਿਲਕੁਲ ਜੀ। ਸੋ ਉਹ ਵਿਜ਼ਟਰ ਵੀਜ਼ਾ ਕਿਵੇਂ ਇਨਸ਼ੋਰ ਕਰਦੇ ਨੇ ਵੀਜ਼ਾ, ਕਿਉਂਕਿ ਮੈਂ ਤੇ ਆਪਣੇ ਸਰਕਲ 'ਚ ਮੈਨੂੰ ਕਈ ਮੇਰੇ ਦੋਸਤ ਨੇ ਯੂਨੀਵਰਸਿਟੀ ਪ੍ਰੋਫੈਸਰਸ ਨੇ ਜੀ, ਟੌਪ ਦੀਆਂ ਨਾਮੀ ਯੂਨੀਵਰਸਿਟੀ, ਉਹਨਾਂ ਨੂੰ ਵੀਜ਼ਾ ਨਹੀਂ ਮਿਲਿਆ ਕੈਨੇਡਾ ਦਾ, 2-3 ਵਾਰ ਉਹਨਾਂ ਨੂੰ ਨਾ ਹੋ ਚੁੱਕੀ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਵੀਜ਼ਾ ਕਿਵੇਂ ਮਿਲਦਾ, ਇਹ ਵੀ ਇੱਕ ਅਜੀਬ ਮਿਸਟਰੀ ਆ, ਅਸੀਂ ਦੂਜੇ ਪਾਸੇ ਚੱਲ ਜਾਂਗੇ। ਪਰ ਇਹ ਜਿਹੜਾ ਬਿਜ਼ਨਸ ਕਹਿਣ ਦਾ ਅੱਜ ਦਾ ਸਾਡਾ ਮੇਨ ਕੰਸਰਨ ਹੈ ਕਿ ਜਿਹੜੇ ਬਿਜ਼ਨਸ ਇਸ ਸਿਰ ਦੇ ਚੱਲ ਰਹੇ ਨੇ, ਜਿਹੜੀ ਇੰਨੀ ਅਸੀਂ ਦੇਖ ਰਹੇ ਹਾਂ ਕਿ ਰੈਸਟੋਰੈਂਟ ਖੋਲ੍ਹੇ ਨੇ, ਇੰਨੇ ਹੋਰ ਨਵੇਂ ਬਿਜ਼ਨਸ ਖੋਲ੍ਹੇ ਨੇ। ਕਈ ਵਾਰ ਸਾਨੂੰ ਲੱਗਦਾ ਸ਼ਾਇਦ ਇਹ ਕੋਈ ਫੂਡ ਦੀ ਡਿਮਾਂਡ ਬਹੁਤ ਜ਼ਿਆਦਾ ਇਸ ਕਰਕੇ ਖੋਲ੍ਹੇ ਨੇ, ਨਹੀਂ ਜੀ, ਪਰ ਅੰਦਰ ਖਾਤੇ ਕਹਾਣੀ ਕੁਛ ਹੋਰ ਹੈ। ਕਹਾਣੀ ਹੋ ਰਹੀ। ਮੈਂ ਹੁਣ ਇੰਡੀਆ ਜਾ ਕੇ ਆਈ 6 ਵੀਕ ਲਾ ਕੇ ਆਇਆ ਮੈਂ, ਤਾਂ ਉੱਥੇ ਮੈਂ ਸੁਣ ਕੇ ਹੈਰਾਨ ਰਹਿ ਗਿਆ। ਸੋਨੂੰ ਤਾਂ ਉਹ ਲਾ ਦਾ ਪਤਾ ਹੀ ਨਹੀਂ ਜਿਹੜਾ ਉਹਨਾਂ ਨੂੰ ਪਤਾ ਜੀ ਉੱਥੇ ਬੈਠਿਆਂ ਨੂੰ। ਉਹ ਮੈਨੂੰ ਦੱਸ ਰਹੇ ਸੀ ਕਿ ਕੈਨੇਡਾ ਕਿਵੇਂ ਜਾਣਾ ਹੈ, ਕਿਵੇਂ ਅਸੀਂ ਬਿਲਕੁਲ ਜਿਵੇਂ ਤੁਸੀਂ ਕਿਹਾ ਹੈਗਾ। ਉਹ ਕਹਿੰਦੇ ਸਾਡੀ ਗੱਲ ਹੋ ਗਈ ਸਾਰੀ ਜਾਣ ਸਰ, ਮੈਂ ਉੱਥੇ ਜਾਊਂਗਾ 2 ਮਹੀਨਿਆਂ ਦੇ ਵਿੱਚ ਮੈਂ ਉੱਥੇ ਟਰਾਲੇ ਦਾ ਲਾਇਸੈਂਸ ਲੈ ਲੈਣਾ ਅਤੇ ਮੈਂ ਟਰਾਲਾ ਚਲਾਉਣ ਲੱਗ ਜਾਣਾ। ਉਹਨਾਂ ਨੇ ਮੈਨੂੰ ਪੱਕਾ ਕਰਾਉਣਾ ਸਭ ਕੁਛ। ਮੈਂ ਸੁਣ ਕੇ ਹਾਂ, ਮੈਂ ਕਿਹਾ ਤੈਨੂੰ ਕਿਹਨੇ ਦੱਸਿਆ ਇੰਨਾ? ਕਹਿੰਦਾ ਸਾਰਾ ਪਤਾ ਮੈਨੂੰ। ਮੈਂ ਕਹਿੰਦਾ ਮੇਰੀ ਗੱਲ ਵੀ ਹੋ ਗਈ ਇੰਨੇ ਪੈਸਿਆਂ ਦੇ ਵਿੱਚ। ਓਕੇ, ਚਲੋ ਖੈਰ, ਹੁਣ ਇਹ ਗੱਲ ਹੋ ਗਈ। ਹੁਣ ਅਸੀਂ ਇਸ ਤੋਂ ਅਗਲੇ ਪਰਦੇ ਨਹੀਂ ਫੋਲਦੇ। ਹੁਣ ਇੱਕ ਜਿਹੜੇ ਇਸ ਤਰ੍ਹਾਂ ਦੇ ਬਿਜ਼ਨਸ ਸ਼ੁਰੂ ਹੁੰਦੇ ਨੇ ਜੀ, ਹੁਣ ਉਹਨਾਂ ਦੇ ਆਪਣੀ ਤਰ੍ਹਾਂ ਦੇ ਚੈਲੰਜਸ ਨੇ। ਬਿਲਕੁਲ ਜੀ। ਇਹ ਹੁਣ ਫਿਰ ਕਿੰਨੇ ਕੁ ਕਾਮਯਾਬ ਬਿਜ਼ਨਸ ਹੁੰਦੇ ਨੇ? ਇਹ ਜਿਹੜੇ ਤਾਂ ਸਪੈਸ਼ਲੀ ਇਸ ਕਰਕੇ ਲੈ ਜਾਂਦੇ ਜੀ, LMI ਕਰਕੇ ਲੈ ਜਾਂਦੇ ਆ। ਉਹ 'ਚ ਮੈਂ ਜੇ ਦੇਖਾਂ ਤਾਂ ਆਲਮੋਸਟ 60% ਬਿਜ਼ਨਸ ਜਿਹੜੇ ਫੇਲ ਹੋ ਰਹੇ ਆ ਜੀ। ਅੱਛਾ, ਉਹ ਫੇਲ ਹੋ ਰਹੇ ਹੈਗੇ, ਉਹ ਨਹੀਂ ਚੱਲ ਰਹੇ ਕਿਉਂਕਿ ਉਹਨਾਂ ਨੇ ਪਹਿਲਾਂ ਇਹ ਚੀਜ਼ਾਂ ਨੂੰ ਨਹੀਂ ਵਾਚ ਕੀਤਾ ਸੀਗਾ। ਬਾਅਦ 'ਚ ਉਹਨੇ ਸਿਰਫ LMI ਦੇ ਸਿਰ 'ਤੇ ਹੀ ਇਹ ਚਲਾ ਲਿਆ। ਕਈਆਂ ਦੀਆਂ ਤਾਂ ਇੱਥੋਂ ਤੱਕ ਹੀ ਮੈਨੂੰ ਪਤਾ ਲੱਗਿਆ ਕਿ ਉਹ LMI ਵਾਸਤੇ ਬਾਅਦ 'ਚ ਕੁਆਲੀਫਾਈ ਨਹੀਂ ਕੀਤੇ, ਕਿਉਂਕਿ ਉਹਨਾਂ ਦਾ ਬਿਜ਼ਨਸ ਦੀ ਇਨਕਮ ਦਾ ਲੈਵਲ ਉੱਥੇ ਲਿਆਉਣਾ ਪੈਣਾ ਸੀਗਾ। ਸੋ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਤੁਸੀਂ 5 ਜਾਂ 6 ਨੂੰ LMI ਦੇ ਸਕਦੇ ਹੋ ਬਾਹਰ, ਕਿਉਂਕਿ ਆਪਣੀ ਮੈਨੂੰ ਇੱਕ ਪਤਾ ਨਹੀਂ ਮੈਨੂੰ ਕੋਈ ਵੀ ਕਿੰਨੀ ਲਿਮਟ ਹੁੰਦੀ ਆਪਣੀ। GT ਤੋਂ ਬਾਅਦ ਥੋੜ੍ਹੀ ਲਿਮਟ ਘੱਟ ਹੈਗੀ ਤੁਸੀਂ ਇਨਕਮ ਦੀ ਤੁਹਾਡੀ, ਤਾਂ ਉਹਨੇ GT ਤੋਂ ਬਾਹਰ ਜਾ ਕੇ ਬਿਜ਼ਨਸ ਕਾਫੀ ਲਏ। ਤਾਂ ਉੱਥੇ ਜਾ ਕੇ ਹੁਣ ਉਹ ਇੰਨੀ ਕੁ ਸਟਰਗਲ ਕਰ ਰਹੇ ਆ ਕਿ ਹੁਣ LMI ਤਾਂ ਦੇ ਦਿੱਤੀਆਂ। ਹੁਣ ਉਹ ਜਿੱਥੇ ਉਹਨਾਂ ਨੇ ਟਾਰਗੇਟ ਰੱਖਿਆ ਸੀ ਕਿ 5 LMI ਦੇ ਦਿਆਂਗੇ ਅਸੀਂ, ਉੱਥੇ 2 ਨਹੀਂ ਦੇ ਸਕੇ ਹੈ। 2 ਤੋਂ ਬਾਅਦ ਕਈਆਂ ਤਾਂ CRA ਨੇ ਆਡਿਟ ਵੀ ਕਰ ਲਿਆ ਜੀ, ਉਹ ਐਡਿਟ ਹੋ ਗਏ। ਤਾਂ ਇਸ ਕਰਕੇ ਹੁਣ ਉਹ ਇਸ ਟਰਬਲ ਦੇ ਵਿੱਚ ਹੈ। ਹੁਣ ਮੇਰੇ ਕੋਲ ਕਈ ਆਏ ਪਏ ਆ ਬਿਜ਼ਨਸ ਜਿਹੜੇ ਕਹਿੰਦੇ ਭਾਈ ਸਾਡਾ ਬਿਜ਼ਨਸ ਸੈੱਲ ਕਰਵਾ ਦਿਓ, ਅਤੇ ਅਸੀਂ ਉਹਨਾਂ ਨੇ ਸੇਮ ਮੈਨੂੰ ਵੀ ਉਹੀ ਗੱਲ ਕਹੀ ਕਿ ਇੰਨੀਆਂ ਕੁ LMI ਹੈ। ਉਹ ਮੈਂ ਫਿਰ ਉਹਨੂੰ ਕਿਹਾ, ਮੈਂ ਕਿਹਾ ਵੀ ਦੇਖੋ ਮੈਂ LMI ਦੇ ਸਿਰ 'ਤੇ ਨਹੀਂ ਮੈਂ ਕੰਮ ਕਰਦਾ ਹੁੰਦਾ ਹੈ ਨਾ, ਮੈਂ ਤਾਂ ਸਿਰਫ ਤੁਹਾਡੀ ਇਹ ਦੇਖਣਾ ਕਿ ਤੁਹਾਡੀ ਐਕਚੁਅਲ ਇਨਕਮ ਕੀ ਹੈ ਅਤੇ ਆਪਾਂ ਬਿਜ਼ਨਸ ਕਿਵੇਂ ਸੈੱਲ ਕਰਨਾ। ਸੋ ਇਸ ਕਰਕੇ ਉਹ ਬੰਦੇ ਖਾਸ ਕਰਕੇ ਗ੍ਰੀਨ ਹਾਊਸ ਵਾਲੇ ਜਿਹੜੇ ਗ੍ਰੀਨ ਹਾਊਸ ਦੇ ਵਿੱਚ ਹੈ, ਉਹਨਾਂ ਨੇ ਉਹ ਦੇਖਿਆ ਨਹੀਂ, ਕਿਉਂਕਿ ਗ੍ਰੀਨ ਹਾਊਸ ਦੇ ਵਿੱਚ ਬਹੁਤ ਕੰਪਲੀਕੇਸ਼ਨ ਹੁੰਦੀ ਹੈ ਜੀ। ਉਹਨਾਂ ਨੇ ਗ੍ਰੀਨ ਹਾਊਸ ਦਾ ਲੈ ਲਿਆ, ਪਰ ਉਹ ਜਦੋਂ ਉੱਥੇ LMI ਦਾ ਚੱਕਰ ਚੱਲਿਆ ਅਤੇ LMI ਵਾਸਤੇ ਤਾਂ ਗ੍ਰੀਨ ਹਾਊਸ ਤਾਂ ਚਲਾਉਣਾ ਪੈਣਾ ਪ੍ਰੋਪਰ, ਕਿਉਂ ਕੰਮ ਤਾਂ ਕਰਨਾ ਪੈਣਾ ਬੰਦੇ ਨੂੰ ਉੱਥੇ। ਉਹ ਗ੍ਰੀਨ ਹਾਊਸ ਚੱਲ ਨਹੀਂ ਰਿਹਾ, ਉੱਥੇ ਬੰਦੇ ਵੀ ਹੈ ਨਹੀਂ ਗੇ ਉਹ ਕੰਮ ਕਰਨ ਵਾਸਤੇ। LMI ਦੇ ਸਿਰ ਦੇ ਉੱਤੇ ਵੀ ਬਿਜ਼ਨਸ ਲੈ ਲਿਆ ਅਤੇ ਉਹ ਹੁਣ ਇਸ ਕਰਕੇ ਹੁਣ ਉਹ ਕਾਫੀ ਕਈਆਂ ਨੇ ਤਾਂ 1-2 ਸੱਜਣੋਂ ਤਾਂ ਮੈਂ ਇਹੋ ਜਿਹਿਆਂ ਨੂੰ ਜਾਣਦਾ ਜਿਨ੍ਹਾਂ ਨੇ ਕਾਫੀ ਮਹਿੰਗੇ ਲਏ ਜੀ। ਉਹ ਇੱਕ ਬੰਦੇ ਨੇ ਆਲਮੋਸਟ 5 ਮਿਲੀਅਨ ਦਾ ਲਿਆ ਸੀ ਉਹ। ਅੱਛਾ, ਅਤੇ 5 ਮਿਲੀਅਨ ਦੇ ਉੱਪਰ ਉਹਦੀ ਮੌਰਗੇਜ ਵੀ ਪ੍ਰਾਈਵੇਟ ਕਰਾ ਕੇ ਦਿੱਤੀ ਸੀ। ਹੁਣ ਉਹ ਤੋਂ ਪੇਮੈਂਟ ਨਹੀਂ ਦੇ ਹੋਈ ਉਹ, ਕਿਉਂਕਿ ਜਿੰਨੀ ਉਹਨੇ ਆਈਡੀਆ ਲਾਇਆ ਸੀ ਕਿ ਮੈਂ ਇੰਨੀਆਂ LMI ਵੇਚੂੰਗਾ ਅਤੇ ਪਲੱਸ ਮੇਰੀ ਪ੍ਰੋਪਰਟੀ ਬਣ ਜਾਊਗੀ, ਹੁਣ ਪ੍ਰੋਪਰਟੀ ਐਪਰੀਸ਼ੀਏਟ ਨਹੀਂ ਹੋਈ ਅਤੇ ਉੱਤੋਂ LMI ਉਹਨੇ ਉਹ ਦੇ ਨਹੀਂ ਸਕਿਆ, ਕਿਉਂਕਿ ਉਹ ਉਸ ਕ੍ਰਾਈਟੇਰੀਆ ਨੂੰ ਮੈਚ ਨਹੀਂ ਕਰ ਸਕਿਆ ਜਿੱਥੇ ਚਾਹੀਦਾ ਸੀ ਉਹਨੂੰ। ਅਤੇ ਅੱਜ ਉਹ ਇਸ ਲੈਵਲ 'ਤੇ ਆਇਆ ਪਿਆ ਕਿ 2 ਵਾਰੀ ਉਹਦੀ ਪੇਮੈਂਟ ਬਿਹਾਈਂਡ ਹੋ ਗਿਆ, ਉਹ ਪੇਮੈਂਟ ਨਹੀਂ ਦੇ ਸਕਿਆ। ਹੁਣ ਉਹ ਇੰਨਾ ਕੁ ਸਟਰੈਸ ਦੇ ਵਿੱਚ ਹੈ ਕਿ ਜਦੋਂ ਵੀ ਮੈਂ 2 ਵਾਰੀ ਉਹਦੇ ਕੋਲ ਜਾ ਕੇ ਆਏਗਾ ਤਾਂ ਮੈਨੂੰ ਦੱਸਿਆ, ਮੈਂ ਫਿਰ ਇਹ ਗੱਲ ਕਹੀ ਕਿ ਤੂੰ ਉਦੋਂ ਪ੍ਰਾਈਵੇਟ ਮੌਰਗੇਜ ਕਿਉਂ ਲਈ, ਤੈਨੂੰ ਪਤਾ ਸੀ ਇੰਨੇ ਨਹੀਂ। ਕਹਿੰਦਾ ਭਾਅ ਜੀ ਜਿਹੜਾ ਮੈਨੂੰ ਦਿਖਾਇਆ ਗਿਆ ਸੀ ਪੇਪਰਾਂ ਦੇ ਵਿੱਚ, ਉਹਦੇ 'ਚ ਤਾਂ ਮੈਂ ਪੇਮੈਂਟ ਕਰਕੇ ਵੀ $10,000 ਘਰੋਂ ਲੈ ਕੇ ਜਾਣਾ ਸੀਗਾ। ਅਤੇ ਭੁੱਲਰ ਜੀ, ਮੇਰੇ ਕੋਲ ਇੱਕ ਦੋਸਤ ਦਾ ਕੌਮੈਂਟ ਹੈ ਕਿ ਜਿਹੜੇ ਪ੍ਰਾਈਵੇਟ ਕਾਲਜਸ ਨੇ ਇਹ ਵੀ ਬੜਾ ਮਤਲਬ ਗਲ ਤੱਕ ਡੁੱਬੇ ਨੇ ਇਸ ਕੰਮ 'ਚ। ਬਿਲਕੁਲ ਜੀ। ਐਕਚੁਅਲੀ ਤਾਂ ਸ਼ਮੀਲ ਜੀ ਸ਼ੁਰੂ ਹੀ ਇੱਥੋਂ ਹੋਇਆ ਸੀ, ਜੇ ਸਹੀ ਪੁੱਛੋ ਤਾਂ ਇਹਨਾਂ ਨੇ ਇਹ ਕਾਰਡ ਕੱਢੀ ਸੀ, ਇਹਨਾਂ ਨੇ ਅੱਗੇ ਅਪਰੋਚ ਕੀਤਾ ਸੀ ਕਿ ਜਾ ਕੇ ਉਹ ਆਮ ਜੇ ਤੁਸੀਂ ਦੇਖਦੇ ਹੋਗੇ ਇੱਕ ਜਿਹੜਾ ਕੋਈ ਬਿਜ਼ਨਸ ਵਾਲਾ ਬਿਜ਼ਨਸ ਨੂੰ ਨਹੀਂ ਪਤਾ ਇਹ ਚੀਜ਼ ਦਾ ਕਿ ਇਹ ਵੀ ਹੈ,
ਤਾਂ ਉਹਨਾਂ ਨੇ ਅਪਰੋਚ ਕੀਤੀ ਕਿ ਅਸੀਂ ਤੁਹਾਨੂੰ ਕਿੰਨੇ EMPLOYE ਚਾਹੀਦੇ ਆ। ਉਹ ਕਹਿੰਦੇ ਸਾਨੂੰ ਕਈ ਹੁਣ ਅਸੀਂ ਇਸ ਬਿਜ਼ਨਸ ਜਿੱਥੇ ਕਹਿੰਦੇ ਸਾਨੂੰ EMPLOYE ਨਹੀਂ ਟਿਕਦਾ, ਕੋਈ ਸਾਡੇ ਕੋਲ ਮਿਲਦਾ ਨਹੀਂ ਸਾਨੂੰ, ਉਹ ਕਹਿੰਦੇ ਸਾਨੂੰ ਅਸੀਂ EMPLOYE ਪ੍ਰੋਵਾਈਡ ਕਰਦੇ ਹਾਂ। ਸੋ ਬੇਸਿਕਲੀ ਸ਼ੁਰੂ ਇਸ ਕਰਕੇ ਹੋਇਆ ਕਿ ਜਿਹੜੇ ਪਬਲਿਕ ਕਾਲਜ ਨੇ ਉਹਨਾਂ ਦੀ ਸਟੱਡੀ ਦੇ ਬੇਸ ਤੇ ਤਾਂ ਵਰਕ ਪਰਮਿਟ ਮਿਲਦਾ, ਬਿਲਕੁਲ ਜੀ, ਪਰ ਪ੍ਰਾਈਵੇਟ ਕਾਲਜਸ ਦਾ ਨਹੀਂ ਸੀ ਮਿਲਦਾ। ਸੋ ਉਹਨਾਂ ਨੇ ਇਹ ਰਸਤਾ ਇਹ ਕੱਢ ਲਿਆ ਕਿ ਤੁਸੀਂ ਪ੍ਰਾਈਵੇਟ ਕਾਲਜ 'ਚ ਵੀ ਆਓ, ਕੈਨੇਡਾ ਦੀ ਤੁਹਾਨੂੰ PR ਫਿਰ ਵੀ ਮਿਲੇਗੀ। ਬਿਲਕੁਲ ਜੀ। ਕਈ ਬੱਚੇ ਇੱਦਾਂ ਦੇ ਜਿਹੜੇ ਦੂਜੇ ਪਬਲਿਕ ਕਾਲਜ ਦੇ ਵਿੱਚ ਆਏ ਸੀਗੇ, ਐਕਚੁਅਲੀ ਆ ਗਏ ਉਹ, ਪਰ ਉਹਨਾਂ ਦਾ ਸਟੱਡੀ ਦਾ ਮਨ ਹੈ ਨਹੀਂ ਸੀਗਾ ਕਿ ਸਟੱਡੀ ਕਰਨੀ ਅਸੀਂ। ਉਹ ਆ ਗਏ ਅਤੇ ਆਉਣ ਸਾਰ ਉਹਨਾਂ ਨੇ ਆਪਣੀ ਟਰਾਂਸਫਰ ਕਰ ਲਈ ਕਿਸੇ ਪ੍ਰਾਈਵੇਟ ਕਾਲਜ ਦੇ ਵਿੱਚ, ਪ੍ਰਾਈਵੇਟ ਕਾਲਜ ਕੀਤੀ ਅਤੇ ਉਹਨਾਂ ਨੇ ਉਹਨੂੰ ਕਿਹਾ ਵੀ ਨਾ ਤੈਨੂੰ ਪੜ੍ਹਨ ਦੀ ਲੋੜ ਹੈ, ਤੂੰ ਇੱਕ ਦਿਨ ਸਾਡੇ ਕੋਲ ਪੜ੍ਹਨ ਆਉਣਾ ਅਤੇ ਅਸੀਂ ਤੈਨੂੰ LMI ਦਵਾ ਦਿੰਦੇ ਹਾਂ ਅਤੇ ਤੂੰ ਉੱਥੇ ਆਪਦਾ ਕਰੀ ਆਈ। ਔਰ ਜਿਹੜੇ ਬੱਚੇ ਸਾਡੇ ਸੁਣਦੇ ਹੋਣਗੇ ਉਹਨਾਂ ਨੂੰ ਖੁਦ ਨੂੰ ਪਤਾ ਹੋ ਬਹੁਤ ਸਫ਼ਰ ਕਰ ਰਿਹਾ, ਉਹਨੂੰ ਪਤਾ ਹੋ ਕਿ ਜੇ ਆਮ LMI ਉੱਥੋਂ 10,000 ਦੀ ਮਿਲਦੀ ਹੈ ਅਤੇ ਉਹਨਾਂ ਨੇ ਉਹਨੂੰ 15,000 ਜਾਂ 20,000 ਲੈ ਕੇ ਦਿੱਤੇ, ਕਿਉਂਕਿ ਆਪਣਾ ਵੀ ਉਹਨਾਂ ਦਾ ਆਪਦਾ ਸੀਗਾ ਹਿੱਸਾ। ਤਾਂ ਇਹ ਸ਼ੁਰੂ ਹੀ ਐਕਚੁਅਲੀ ਉੱਥੋਂ ਹੋਇਆ ਸੀ। ਬਿਲਕੁਲ ਇਹ ਜਿਹੜਾ ਨੈਕਸਸ ਹੈ ਇਮੀਗ੍ਰੇਸ਼ਨ ਏਜੰਟ, ਪ੍ਰਾਈਵੇਟ ਕਾਲਜ, ਦੈਨ ਫਿਰ ਇਹ ਬਿਜ਼ਨਸਿਸ ਹੋ ਗਏ ਤਰ੍ਹਾਂ ਦੇ। ਮੇ ਬੀ ਇਹਨਾਂ ਦੇ ਸਾਰਿਆਂ ਦਾ ਇਹ ਇੱਕੋ ਹੀ ਬਿਜ਼ਨਸ ਹੋਏ, ਬਿਲਕੁਲ ਆਪਣੀ ਇਮੀਗ੍ਰੇਸ਼ਨ ਹੋਏ, ਆਪਣਾ ਹੀ ਪ੍ਰਾਈਵੇਟ ਕਾਲਜ ਹੋਏ ਅਤੇ ਆਪਣਾ ਹੀ ਰੈਸਟੋਰੈਂਟ ਹੋਏ। ਹੈਗੇ ਜੀ, ਹੈ ਨਾ, ਹੈਗੇ ਜੀ, ਹੈਗੇ, ਕੋਈ ਸ਼ੱਕ ਨਹੀਂ। ਕੁਛ ਬੱਚੇ ਸੱਜਣਾਂ ਦੇ ਹੈਗੇ, ਉਹਨਾਂ ਦੇ ਪ੍ਰਾਈਵੇਟ ਕਾਲਜ ਵੀ ਹੈਗੇ ਆਪਦੇ ਖੋਲ੍ਹੇ ਹੋਏ, ਉਹਨਾਂ ਨੇ ਆਪਦੇ ਰੈਸਟੋਰੈਂਟ ਵੀ ਖੋਲ੍ਹੇ ਹੋਏ ਹੈਗੇ, ਉਹਨਾਂ ਨੇ ਹੋਰ ਬਿਜ਼ਨਸ ਵੀ ਖੋਲ੍ਹੇ ਹੋਏ ਹੈ ਜਿਹੜੇ ਆਮ ਪਬਲਿਕ ਦੇ ਵਿੱਚ ਨਹੀਂ ਹੈਗੇ ਬਿਜ਼ਨਸ, ਪਰ ਰਜਿਸਟਰਡ ਹੋਏ ਹੋਏ ਆ ਬਿਜ਼ਨਸ। ਉਹ ਉਹਨਾਂ ਦੀ ਪ੍ਰੋਪਰ ਰਿਟਰਨ ਭਰੀ ਜਾਂਦੀ ਹੈ, ਸਭ ਕੁਝ ਚੱਲਦਾ। ਉੱਥੇ ਬੱਚੇ LMI ਚੱਲ ਰਹੀ ਹੈ ਉਹਨਾਂ ਦੀ, ਤਾਂ ਉਹ ਆਪ ਦੱਸਦੇ ਆ ਕਿ ਸਾਨੂੰ ਪਤਾ ਹੀ ਨਹੀਂ, ਸਾਨੂੰ ਨਹੀਂ ਪਤਾ ਸਾਡਾ ਬਿਜ਼ਨਸ, ਉਹ ਜਿੱਥੇ ਅਸੀਂ ਕੰਮ ਕਰਦੇ ਹਾਂ ਉਹ ਕਿੱਥੇ ਹੈ, ਨਾ ਅਸੀਂ ਕਿਤੇ ਪੁੱਛਿਆ ਅਤੇ ਨਾ ਹੀ ਸਾਨੂੰ ਇਹਨਾਂ ਨੇ ਪਤਾ ਵੀ ਅਸੀਂ ਆਪਦਾ ਟੈਕਸ ਭਰੀ ਜਾਂਦੇ ਹਾਂ, ਕਰਦੇ ਹਾਂ ਅਸੀਂ ਕਾਗਜ਼ਾਂ 'ਚ ਸਾਨੂੰ LMI ਮਿਲੀ ਹੋਈ ਹੈ ਅਤੇ ਉਹ ਚੱਲੀ ਜਾਂਦਾ ਸਾਡਾ। ਸੋ ਇੰਨਾ ਵੱਡਾ ਅਬਿਊਜ਼ ਹੈ ਇਸ ਸਿਸਟਮ ਦਾ, LMI ਦਾ। ਜਿਵੇਂ ਕਈ ਮੇਰੇ ਕੋਲ ਦੋਸਤਾਂ ਦੇ ਕਮੈਂਟ ਨੇ ਕਿ ਸਾਡੀ ਜਿਹੜੀ ਸਰਕਾਰ ਹੈ ਜਾਂ ਸਾਡੇ ਜਿਹੜੇ MPs ਨੇ, MPPs ਨੇ, ਉਹਨਾਂ ਨੂੰ ਨਹੀਂ ਦਿਸਦਾ ਇਹ, ਅਤੇ ਖੈਰ ਇਹ ਤਾਂ ਹੁਣ ਉਹ ਜਾਣਨ। ਪਰ ਇਸ ਗੱਲ ਤੋਂ ਇਹ ਗੱਲ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਕਿੰਨੇ ਵੱਡੇ ਸਕੇਲ ਦੇ ਉੱਤੇ ਇੱਕ ਕਿਸਮ ਦਾ ਇਹ ਮਾਫੀਆ ਬਣ ਗਿਆ, ਜਿਹੜਾ ਇਹ ਕੈਨੇਡਾ ਦਾ ਜਿਹੜਾ ਸਾਡਾ ਇਮੀਗ੍ਰੇਸ਼ਨ ਸਿਸਟਮ ਹੈ ਉਹਨੂੰ ਅਬਿਊਜ਼ ਕਰ ਰਿਹਾ। ਇਹ ਵੀ ਇਕੱਲਾ ਹੋ ਰਿਹਾ ਜੀ, ਬਾਕੀ ਜਿਹੜੇ ਬੱਚੇ ਵੀ ਅਬਿਊਜ਼ ਹੋ ਰਹੇ ਹੈ। ਜਿਹੜੇ ਬੱਚੇ ਆ ਖਾਸ ਕਰਕੇ ਜਿਹੜੇ ਮਿਡਲ ਏਜ 'ਚ ਆਉਂਦੇ ਆ ਨਾ, ਖਾਸ ਜਿਵੇਂ ਮਿਡਲ ਈਸਟ 'ਚ ਆਉਂਦੇ ਆ, ਟਰੱਕ ਡਰਾਈਵਰ ਹੁੰਦੇ ਆ ਜਾਂ ਹੋਰ, ਉਹ ਇੱਥੇ ਆ ਸਕਦੇ, ਉਹ ਆ ਜਾਂਦੇ ਆ, ਉਹ ਬਹੁਤ ਹੋ ਰਹੇ ਆ ਕਿਉਂਕਿ ਉਹਨਾਂ ਕੋਲ ਜੇ ਆਪਾਂ ਕਹੀਏ ਵੀ IELTS ਦਾ ਕੋਈ ਚਾਂਸ ਨਹੀਂ ਹੁੰਦਾ ਪਾਸ ਕਰਨ ਦਾ, ਫਿਰ ਉਹ ਇਸ ਸਿਸਟਮ 'ਚ ਪੈ ਜਾਂਦੇ ਆ। ਫਿਰ ਇਸ 'ਚੋਂ ਕਈ ਸਾਲ ਵਿਚਾਰੇ ਇੰਨੇ ਉਲਝੇ ਰਹਿੰਦੇ ਆ, ਉਹਨਾਂ ਤੋਂ ਪੈਸੇ ਲਈ ਜਾਂਦੇ ਆ, ਉਹ ਉਹਨਾਂ ਨੂੰ ਲੁੱਟੀ ਜਾਂਦੇ ਦਿਨ ਡੇ ਬਾਏ ਡੇ, ਉਹ ਪੀਸੀ ਜਾਂਦੇ ਆ। ਇੱਕ ਕਿਸਮ ਦੀ ਨਵੀਂ ਤਰ੍ਹਾਂ ਦੀ ਸਲੇਵਰੀ ਡਿਵੈਲਪ ਵੀ ਹੋ ਗਈ ਹੈ। ਬਿਲਕੁਲ ਜੀ, ਬਿਲਕੁਲ। ਇੱਕ ਇੱਥੇ ਨਾਮੀ ਰੈਸਟੋਰੈਂਟ ਹੈ ਜੀ, ਉਹਨਾਂ ਦੇ ਇੱਥੇ ਵੀ ਹੈਗੇ ਅਤੇ ਬਾਹਰ ਵੀ ਹੈਗੀਆਂ ਉਹਨਾਂ ਦੀਆਂ ਬ੍ਰਾਂਚਾਂ, ਜਿਵੇਂ ਵੈਨਕੂਵਰ ਵਗੈਰਾ। ਉਹਨਾਂ ਦਾ ਇਹ ਹਾਲ ਸੀ ਕਿ ਉਹ ਬੱਚਿਆਂ ਤੋਂ ਰੋਜ਼ ਦੇ ਪੈਸੇ ਚਾਰਜ ਕਰਦੇ ਖਾਣੇ ਦੇ, ਕਿਉਂਕਿ ਸਿਰਫ ਬੱਚੇ ਫਸੇ ਹੋਏ ਸੀ LMI ਕਰਕੇ, ਕਿ ਉਹਨੂੰ LMI ਮਿਲੀ ਹੋਈ ਸੀ, ਛੱਡ ਸਕਦੇ ਨਹੀਂ ਸੀਗੇ। ਹਾਲਾਂਕਿ ਉਹ ਰੈਸਟੋਰੈਂਟ ਹੈ, ਰੈਸਟੋਰੈਂਟ ਸ਼ਾਮ ਨੂੰ ਸਬਜ਼ੀ ਸਿੱਟਦੇ ਵੀ ਹੋਣਗੇ, ਪਰ ਉਹ ਕਹਿੰਦੇ ਸੀ ਬੱਚਿਆਂ ਤੋਂ ਅਸੀਂ ਪੈਸੇ, ਐਵਰੀਡੇ ਬੱਚੇ ਨੂੰ ਦੱਸਿਆ ਕਿ ਸਾਥੋਂ ਅੰਕਲ ਉਹ ਪੈਸੇ ਚਾਰਜ ਕਰਦਾ ਰੋਜ਼ ਦੇ ਖਾਣੇ ਦੇ। ਉਹ ਬੰਦੇ ਦੀ ਜ਼ਮੀਰ ਜਦੋਂ ਮਰ ਜੇ ਫਿਰ ਉਹ ਕੁਛ ਵੀ ਕਰ ਸਕਦਾ। ਅਤੇ ਉਹ ਬੱਚਿਆਂ ਨੂੰ, ਹਾਲਾਂਕਿ ਉਹ ਕਹਿੰਦੇ ਵੀ ਸਾਨੂੰ ਪਤਾ ਹੈ ਕਿ ਅਸੀਂ ਹੁਣ ਫਸੇ ਹੋਏ ਹਾਂ, ਸਾਨੂੰ 2 ਸਾਲ 3 ਸਾਲ ਜਿੰਨਾ ਵੀ ਸਾਡਾ ਟਾਈਮ ਹੈ ਉਹ ਲਾਉਣਾ ਹੀ ਪੈਣਾ, ਅਸੀਂ ਕਿਤੇ ਜਾ ਨਹੀਂ ਸਕਦੇ, ਹੈ ਨਾ। ਔਰ ਕਈ ਰੈਸਟੋਰੈਂਟ ਇੱਦਾਂ ਦੇ ਜਿਹੜੇ ਮਜਬੂਰ ਵੀ ਹੈ ਵਿਚਾਰੇ, ਜਿਨ੍ਹਾਂ ਨੂੰ ਕਰਨਾ ਪੈਂਦਾ ਇਹ, ਕਿਉਂਕਿ ਉੱਥੇ ਉਹਨਾਂ ਨੂੰ ਬੱਚੇ ਮਿਲਦੇ ਨਹੀਂ ਗੇ। ਜੇ ਕੋਈ ਆਉਂਦਾ ਬੱਚਾ ਮਹੀਨਾ ਲਾਉਂਦਾ ਫਿਰ ਚਲਾ ਜਾਂਦਾ, ਉਹ ਕਹਿੰਦੇ ਅਸੀਂ ਤਾਂ ਉਹਨਾਂ ਨੂੰ ਟ੍ਰੇਨ ਕਰਦੇ ਰਹੇ ਨੇ ਆ। ਫਿਰ ਉਹ LMI ਦੇ ਚੱਕਰ 'ਚ ਪੈ ਗਏ, ਇੱਕ ਤੋਂ ਪਏ ਸੀ, ਫਿਰ ਹੌਲੀ ਹੌਲੀ ਲਾਲਚ ਪੈ ਗਿਆ, ਫਿਰ 2 3 4 ਵੀ ਕਰ ਲਏ, ਫਿਰ ਕੰਮ ਵੱਧ ਗਿਆ, ਫਿਰ ਦੂਜੇ ਪਾਸੇ ਚਲੇ ਗਿਆ। ਨਾਲੇ ਲੈਣ ਵਾਲੇ ਵੀ ਤਾਂ ਲਾਈਨ 'ਚ ਲੱਗੇ ਹੋਏ ਨੇ, ਲੈਣ। ਹਾਂਜੀ, ਬਿਲਕੁਲ। ਇਹ ਨਾ ਕਿ ਇਕੱਲਾ ਮਤਲਬ ਇੱਕੋ ਤਾੜੀ ਤੇ ਦੋਵੇਂ ਹੱਥਾਂ ਨਾਲ ਵੱਜ ਰਹੀ ਹੈ। ਉਹੀ ਗੱਲ ਕਹਿੰਦੇ ਜੀ, ਜੇ ਉਹਨਾਂ ਨੂੰ ਪੁੱਛਦੇ ਹਾਂ ਅਸੀਂ ਵੀ ਤੁਸੀਂ ਇਹ ਕਿਉਂ ਕਰਦੇ ਹੋ, ਉਹ ਕਹਿੰਦੇ ਸਾਨੂੰ ਨਹੀਂ ਦੇਣਗੇ ਪੈਸੇ, ਕਿਸੇ ਹੋਰ ਨੂੰ ਦੇਣਗੇ, ਇਹਨਾਂ ਨੇ ਤਾਂ ਪੇ ਕਰਨੇ ਹੀ ਹੈ, ਇਹਨਾਂ ਨੂੰ ਤਾਂ LMI ਚਾਹੀਦੀ ਹੈ। ਜੇ ਮੈਥੋਂ ਹੀ ਲੈਣਗੇ ਸੋਥੋਂ ਲੈ ਲੈਣਗੇ, ਸੋਥੋਂ ਤਾਂ ਥਰਡ ਪਰਸਨ ਕੋਲ ਚਲੇ ਜਾਣਗੇ, ਇਹਨਾਂ ਨੂੰ ਤਾਂ LMI ਲੈਣੀ ਪੈਣੀ ਹੈ। ਪਰ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਤਾਂ ਰਾਈਟ ਬਿਜ਼ਨਸ ਹੈ, ਰੈਸਟੋਰੈਂਟ ਠੀਕ ਹੈ, ਜਿਹੜੇ ਚੱਲ ਰਹੇ ਹੈਗੇ ਪ੍ਰੋਪਰ ਚੱਲਦੇ ਆ, ਜਿਹੜੇ ਠੀਕ ਆ, ਉਹ ਬਣਦਾ, ਹੱਕ ਵੀ ਬਣਦਾ, ਦੇ ਵੀ ਦੇਣ। ਪਰ ਜਿਹੜੇ ਉਹਦੇ ਨਾਲ ਫੇਕ ਚੱਲ ਰਹੇ ਹੈ ਨਾ, ਮੇਨ ਤਾਂ ਕੰਸਰਨ ਉਹਨਾਂ ਦਾ ਹੈ ਕਿ ਜਿਨ੍ਹਾਂ ਦਾ ਬ੍ਰਾਂਚ ਹੈ ਹੀ ਨਹੀਂ। ਹੁਣ ਤੁਸੀਂ ਦੇਖਦੇ ਹੋ ਬਰੈਂਪਟਨ 'ਚ ਐਵਰੀਡੇ ਆਲਮੋਸਟ ਇੱਕ ਰੈਸਟੋਰੈਂਟ ਖੁੱਲ੍ਹਦਾ ਹੈ, ਅਤੇ ਉਹ ਕਿੰਨੇ ਕੁ ਰੈਸਟੋਰੈਂਟ ਚੱਲੀ ਜਾਂਦੇ, ਮੈਂ ਤਾਂ ਹੈਰਾਨ ਹੋਏ ਨਾ ਉਹਨਾਂ ਨੂੰ ਸੋਚ ਕੇ। ਉਹ ਫਿਰ ਇਸ ਬਿਜ਼ਨਸ ਦੇ ਨਾਲ ਹੀ ਚੱਲ ਰਿਹਾ ਕਿ ਇਹੀ ਕੁਝ ਚੱਲ ਰਿਹਾ ਹੈਗਾ। ਹੁਣ ਇੱਕ ਪਾਸੇ ਉਹ ਕਹਿੰਦੇ ਜੇ ਸਭ ਬੱਚਿਆਂ ਦੀ ਹੈਲਪ ਹੀ ਕਰ ਰਹੇ ਹਾਂ, ਅਸੀਂ ਕਿਹੜਾ ਕੋਈ ਗਲਤ ਕੰਮ ਕਰ ਰਹੇ। ਹਾਂਜੀ, ਸਾਰੀ ਸੇਵਾ ਦਾ ਕੰਮ ਹੀ ਕਰ ਰਹੇ ਨੇ, ਇਮੀਗ੍ਰੇਸ਼ਨ ਵਾਲੇ ਹੋਏ ਅਤੇ ਬਹੁਤ ਸ਼ੁਕਰੀਆ ਜੀ। ਅਤੇ ਗੱਲਬਾਤ ਸਾਡੀ ਜਾਰੀ ਰਹੇਗੀ। ਹਾਰਦਿਕ ਪਟੇਲ ਇਹ ਕਹਿੰਦੇ ਨੇ ਕਿ ਜੀ ਬਹੁਤ ਵੱਡੀ ਗਿਣਤੀ 'ਚ ਜਿਹੜੇ ਮੈਕਸੀਕਨ ਫੂਡ ਰੈਸਟੋਰੈਂਟਸ ਨੇ, ਇਹ ਵੀ ਬੇਸਿਕਲੀ LMI ਵੇਚਣ ਦਾ ਬਿਜ਼ਨਸ ਹੀ ਆ ਜੀ। ਬਿਲਕੁਲ, ਕੋਈ ਸ਼ੱਕ ਨਹੀਂ ਇਹ 'ਚ। ਕਾਫੀ ਹੈ ਜੀ, ਇਕੱਲੇ ਮੈਕਸੀਕਨ ਨਹੀਂ ਆਪਾਂ ਕਹਿ ਸਕਦੇ, ਹੋਰ ਵੀ ਬਹੁਤ ਰੈਸਟੋਰੈਂਟ ਹੈ ਜਿਹੜੇ ਫੂਡ, ਕਿਉਂਕਿ ਫੂਡ ਬਿਜ਼ਨਸ ਇੱਦਾਂ ਦਾ ਹੈ ਕਿ ਉੱਥੇ ਤੁਹਾਨੂੰ ਕੋਈ ਇਹ ਨਹੀਂ ਸ਼ੋਅ ਕਰਨਾ ਪੈਂਦਾ ਕਿ ਸਾਡੀ ਇੱਕ ਸਰਟਨ ਇਨਕਮ ਆ ਰਹੀ ਹੈ।
ਉਹ ਵੱਧ ਵੀ ਹੋ ਸਕਦੀ ਹੈ, ਉਹ ਘੱਟ ਵੀ ਹੋ ਸਕਦੀ ਹੈ, ਕੁਛ ਵੀ ਹੋ ਸਕਦਾ। ਫੂਡ ਕਿੱਥੋਂ ਲਿਆ, ਤੁਸੀਂ ਕਿੰਨੇ ਦਾ ਲਿਆ ਹੈਗਾ, ਕਿਉਂਕਿ ਇਹ 'ਚ ਕੈਸ਼ ਇਨਵੋਲਵ ਬਹੁਤ ਹੁੰਦਾ ਹੈਗਾ। ਇੱਕ ਤੁਸੀਂ ਕੋਈ ਕੰਪਨੀ ਲਾਉਂਦੇ ਹੋ, ਕੋਈ ਸਪੋਜ਼ ਕੋਲ ਗੈਸ ਸਟੇਸ਼ਨ ਹੈ, ਗੈਸ ਸਟੇਸ਼ਨ ਦੇ ਉੱਤੇ ਤੁਹਾਨੂੰ ਗੈਸ ਵੀ ਲੈਣੀ ਪੈਣੀ ਹੈ, ਅੱਗੇ ਸੈੱਲ ਵੀ ਕਰਨੀ ਪੈਣੀ ਹੈ। ਸੋ ਉਹ ਥੋੜ੍ਹਾ ਹਾਰਡ ਹੁੰਦਾ ਹੈਗਾ। ਜਿਵੇਂ ਟਰੱਕਾਂ ਦਾ ਵੀ ਆਪਾਂ ਗੱਲ ਕੀਤੀ ਹੈਗੀ। ਜਿਹੜਾ ਫੂਡ ਹੈ, ਫੂਡ ਇੰਡਸਟਰੀ ਇਹੋ ਜਿਹੀ ਇੰਡਸਟਰੀ ਹੈ, ਖਾਸ ਕਰਕੇ ਟੇਕ ਆਊਟ ਦੇ ਵਿੱਚ ਤੁਹਾਡੇ ਕੋਈ ਉੱਥੇ ਤੁਹਾਨੂੰ ਸ਼ੋਅ ਨਹੀਂ ਕਰਨਾ ਪੈਣਾ ਕਿ ਤੁਹਾਡੇ ਕਿੰਨੇ ਐਕਸਪੈਂਸ ਸੀ, ਕਿੰਨਾ ਤੁਹਾਡਾ ਗਰੋਸ ਸੀਗੀ, ਕਿੰਨਾ ਤੁਹਾਡਾ ਰੈਵਨਿਊ ਹੋਇਆ ਹੈਗਾ, ਕੀ ਤੁਸੀਂ ਕੀਤਾ। ਉਹ 'ਚ ਕੁਛ ਵੀ ਪਾ ਲਓ, ਕੈਸ਼ ਪਾ ਲਓ। ਹੁਣ ਇੱਥੇ ਕਾਰ ਵਾਸ਼ ਹੈ, ਹੁਣ ਕਾਰ ਵਾਸ਼ ਦੇ ਜਿੱਥੇ ਜਿਹੜੇ ਹਾਲਾਂਕਿ ਉੱਥੇ ਕਾਰ ਵਾਸ਼ ਦੇ ਉੱਤੇ ਜਿਹੜੇ ਕੋਇਨ ਕਾਰ ਵਾਸ਼ ਹੈ, ਉਹ 'ਤੇ ਕੋਈ ਅਟੈਂਡੈਂਸ ਨਹੀਂ ਹੁੰਦਾ, ਉੱਥੇ ਕੋਈ ਨਹੀਂ ਖੜਾ, ਤੁਸੀਂ ਆਪਦੇ ਪੈਸੇ ਪਾਉਣੇ ਆ ਅਤੇ ਕੱਢ ਕੇ ਤੁਰ ਜਾਣੇ ਆ। ਉੱਥੋਂ ਵੀ LMI ਦਿੱਤੀਆਂ ਹੋਈਆਂ ਕਿ ਸਫਾਈ ਵਾਸਤੇ ਉੱਥੋਂ LMI। ਇਹ ਅਸੀਂ ਜਿਹੜੀ ਅੱਜ ਗੱਲਬਾਤ ਕਰ ਰਹੇ ਹਾਂ, ਇਹ ਇਸ ਕਰਕੇ ਵੀ ਕਰ ਰਹੇ ਹਾਂ, ਔਰ ਕਈ ਵਾਰ ਅਸੀਂ ਇਹ ਗੱਲਬਾਤ ਕੀਤੀ ਹੈ ਕਿ ਜਿਹੜਾ ਇਹ ਕਿਹਾ ਜਾਂਦਾ ਨਾ ਕਿ ਜੀ ਲੇਬਰ ਸ਼ਾਰਟੇਜ ਹੈ। ਈਵਨ ਅਸੀਂ ਕਈ ਵਾਰ ਸਰਕਾਰੀ ਨੁਮਾਇੰਦਿਆਂ ਨਾਲ ਵੀ ਗੱਲ ਕਰਨ ਦੀ, ਇਹ ਜਿਹੜੇ ਲੇਬਰ ਸ਼ਾਰਟੇਜ ਹੈ ਸਾਰੀ ਇਹਨਾਂ ਫੇਕ ਨੰਬਰ 'ਤੇ ਬੇਸਡ ਹੈ। ਬਿਲਕੁਲ ਜੀ। ਇਹ ਜਿਹੜੇ ਸਾਰਾ ਇਹ ਧੰਦਾ ਚੱਲ ਰਿਹਾ, ਕਈ ਲੋਕਾਂ ਨਾਲ ਗੱਲ ਕਰੀਦੀ ਉਹ ਯਕੀਨ ਨਹੀਂ ਕਰਦੇ ਜੀ, ਤਾਂ ਥੋੜ੍ਹੇ ਬਹੁਤ ਕਰਦੇ ਹੋਣਗੇ, ਸਾਰੇ ਨੰਬਰ ਥੋੜ੍ਹਾ ਇੱਦਾਂ ਆਏ ਹੋਏ ਨੇ, ਇਹ ਸਾਰੇ ਨੰਬਰ ਹੀ ਇੱਦਾਂ ਦੇ ਨੇ। ਤੁਸੀਂ ਜਾ ਕੇ ਇੰਡੀਡ 'ਤੇ ਦੇਖੋ ਜੀ, ਜਾਂ ਜਿੱਥੇ ਜੋਬ ਮਾਰਕੀਟ ਹੈ ਉੱਥੇ ਤੁਸੀਂ ਪਾ ਕੇ ਦੇਖੋ, ਉੱਥੇ ਮੋਸਟਲੀ ਜੋਬਾਂ LMI ਵਾਲੀਆਂ ਪਾਈਆਂ ਹੋਈਆਂ। ਉੱਥੇ ਤੁਹਾਨੂੰ ਐਕਚੁਅਲ ਦੇ ਵਿੱਚ ਜੋਬਾਂ ਨਹੀਂ ਹੈਗੀਆਂ। ਉਹ ਜੇ ਤੁਸੀਂ ਉਹਨਾਂ ਨਾਲ ਕਾਲ ਕਰਦੇ ਹੋ, ਜਿਹੜਾ ਡੇਟਾ ਸਰਕਾਰ ਯੂਜ਼ ਕਰਦੀ ਹੈ, ਬਿਲਕੁਲ ਸਰਕਾਰ ਦਾ, ਉਹ ਵੀ ਇਹਨਾਂ ਚੀਜ਼ਾਂ ਨਹੀਂ ਕ੍ਰੀਏਟ ਕੀਤਾ ਹੋਇਆ। ਸਰਕਾਰ ਵੀ ਫਿਰ ਉਹ ਜੋਬ ਬੈਂਕ ਤੋਂ ਹੀ ਕਰਦੀ ਹੈ ਨਾ ਜੀ, ਮਾਰਕੀਟ ਬੈਂਕ ਤੋਂ ਹੀ ਚੱਕਦੀ ਹੈ ਕਿ ਇੰਨੀ। ਹੁਣ ਜਿਵੇਂ ਘਰਾਂ 'ਚ ਸੀ ਪਹਿਲਾਂ, ਤੁਸੀਂ ਦੇਖਦੇ ਘਰਾਂ ਦੀ ਡਿਮਾਂਡ ਸਪਲਾਈ ਦਾ ਘਰ, ਕਿਉਂਕਿ ਘਰ ਸ਼ਾਰਟੇਜ ਸੀ, ਘਰ ਮਿਲ ਨਹੀਂ ਰਹੇ ਸੀਗੇ, ਇੱਕ ਬੰਦਾ 10 ਘਰ ਬੁੱਕ ਕਰਾਈ ਜਾਂਦਾ ਸੀ, ਇੱਕ ਨੂੰ ਇੱਕ ਨਹੀਂ ਸੀ ਮਿਲਦਾ, ਉਹ ਡਿਮਾਂਡ ਸਪਲਾਈ ਤਾਂ ਨਹੀਂ ਸੀਗੀ। ਉਵੇਂ ਇਹ ਹੈ, ਇੱਕ ਬੰਦੇ ਨੂੰ, ਉਹ ਬੰਦੇ ਸਿਰਫ 2 ਚਾਹੀਦੇ ਕੰਮ ਵਾਸਤੇ, ਪਰ ਉਹ ਐਡ ਪਾਈ ਬੈਠਾ ਹੈਗਾ 7 ਬੰਦਿਆਂ ਦੀਆਂ, 5 ਬੰਦੇ, ਮੈਨੂੰ ਇੰਨੇ ਬੰਦੇ ਚਾਹੀਦੇ ਆ, ਹਾਲਾਂਕਿ ਉਹਨੂੰ ਚਾਹੀਦੇ ਵੀ ਨਹੀਂ ਗੇ। ਉਹ ਬਿਜ਼ਨਸ ਵੀ ਹੈ ਹੀ ਨਹੀਂ, ਬਿਜ਼ਨਸ ਦੇ ਵਿੱਚ ਕਿਤੇ ਬੰਦਾ ਚਾਹੀਦਾ ਨਹੀਂ, ਪਰ ਉਹ ਐਡ ਪਾਈ ਬੈਠਾ। ਹੁਣ ਜਿਹੜੀ ਉੱਥੋਂ ਐਡ ਪਿਕ ਕਰਨੀ ਹੈ, ਜਾਂ ਕਿਸੇ ਉਹਨੇ ਰਿਸਰਚ ਕੰਪਨੀ ਨੇ, ਜਾਂ ਜਿਨ੍ਹਾਂ ਨੇ ਵੀ ਗਵਰਨਮੈਂਟ ਦੀ ਕੋਈ ਏਜੰਸੀ ਉਹਨੇ ਪਿਕ ਕਰਨੀ, ਉਹਨੇ ਕਹਿਣਾ ਮਾਈ ਗॉड ਇੰਨੇ ਬੰਦੇ ਦੀ ਲੋੜ ਹੈਗੀ, ਇਹ ਸਾਡੇ ਕੋਲ ਤਾਂ ਪੂਰੇ ਨਹੀਂ ਹੋਣੇ ਹੈਗੇ, 10 ਸਾਲ 'ਚ ਪੂਰੇ ਨਹੀਂ ਹੋਣੇਗੇ। ਸੋ ਇਸ ਕਰਕੇ ਉਹ ਚੀਜ਼ ਨੇ ਵੀ ਇਸ ਨੂੰ ਹਾਈਪ ਕ੍ਰੀਏਟ ਕੀਤਾ ਹੋਇਆ ਹੈਗਾ ਕਿ ਪਤਾ ਨਹੀਂ ਕੀ ਬਣੂਗਾ। ਇਸ ਕਰਕੇ ਬੱਚੇ ਵੀ ਇਹ ਜਲਦੀ ਵਿੱਚ ਹੁੰਦਾ ਕਿ ਜਿੱਥੋਂ ਕਿ MLA ਮਿਲਦੀ ਹੈ, ਜਿਹੀ ਜੀ ਮਿਲਦੀ ਹੈ, ਲੈ ਕੇ ਕਿ ਆਪਣਾ ਕੇਸ ਲਾ ਦਈਏ। ਇੱਕ ਇਹ ਸ਼ਮੀਰ ਸਾਰਿਆਂ ਨੂੰ ਵੱਡੀ ਗੱਲ ਇਹ ਆਉਂਦੀ ਹੈ ਕਿ ਜੇ ਥੋੜ੍ਹਾ ਗੌਰਮੈਂਟ ਨੇ, ਜਿਵੇਂ ਆਪਾਂ ਕਹਿੰਦੇ ਵੀ ਇਹਦੇ 'ਤੇ ਸਕੰਜਾ ਕੱਸਣ ਦੀ ਬਜਾਏ ਸਕੰਜਾ ਕੱਸਿਆ ਜਾਵੇ ਕਿ ਬੱਚੇ ਜਿਹੜੇ ਹੈਗੇ ਥੋੜ੍ਹੇ ਜਿਹੇ ਗ੍ਰੈਜੂਏਸ਼ਨ ਹੋ ਕੇ ਆਉਣ, ਉਹਨਾਂ ਨੂੰ ਪੱਕੀ ਹੋਣਾ ਵੀ ਸੌਖਾ ਇੱਥੇ। ਹੁਣ ਜਿਹੜਾ ਗ੍ਰੇਡ ਹੋਇਆ ਬੱਚਾ, +2 ਕਰਕੇ ਆਉਂਦਾ ਉੱਥੋਂ, ਉਹਦੇ ਕੋਲ ਹੋਰ ਚੋਇਸ ਕੋਈ ਨਹੀਂ ਹੁੰਦੀ, LMI ਵੱਲ ਹੀ ਜਾਣਾ ਪੈਂਦਾ ਉਹਨੂੰ, ਉਹਦੇ ਕੋਲ ਹੋਰ ਕੁਛ ਨਹੀਂ ਕਰ ਸਕਦਾ। ਉਹ ਬਹੁਤ ਥੋੜ੍ਹੇ ਬੱਚੇ, ਸਾਰੇ ਸਿਸਟਮ ਹੀ ਆਪਣਾ ਸਟੱਡੀ ਵੀਜ਼ਾ ਪ੍ਰੋਗਰਾਮ ਬੜਾ ਮਤਲਬ ਵੱਡੇ ਸਕੇਲ ਦੇ ਉੱਤੇ ਉਹਨੂੰ ਰੀਸਟਰਕਚਰ ਕਰਨ ਦੀ। ਬਿਲਕੁਲ ਜੀ, ਬਿਲਕੁਲ। ਔਰ ਇਸੇ ਤਰ੍ਹਾਂ ਹੀ ਜਿਹੜਾ LMI ਵਾਲਾ ਸਿਸਟਮ ਹੈ, ਇਹਨੂੰ ਸਾਰਾ ਰਿਵਿਊ ਕਰਨ ਦੀ ਲੋੜ ਹੈ। ਬਿਲਕੁਲ ਜੀ, ਕਿਉਂਕਿ ਇਹਦੇ 'ਚ ਇਹ ਸਭ ਗੜਬੜਾਂ ਹੋ ਰਹੀਆਂ। ਇਹਨੂੰ ਤੁਸੀਂ ਚੇਂਜ ਕਰੋਗੇ। ਬਾਕੀ ਹੁਣ ਬੱਚੇ ਇੱਥੇ ਆਉਂਦੇ ਆ ਜੀ, ਜਿਹੜੇ ਬੱਚਾ ਆਉਂਦਾ ਕੋਈ, ਉਹ ਆਪਣੇ ਜਿਹੜੇ ਪੁਰਾਣੇ ਰਿਲੇਟਿਵ ਆ ਉਹਨਾਂ ਨਾਲ ਟੱਚ ਨਹੀਂ ਹੁੰਦਾ, ਇਸ ਕਰਕੇ ਇਕੱਲਾ ਹੋਣ ਕਰਕੇ, ਉਮਰ ਛੋਟੀ ਹੋਣ ਕਰਕੇ ਉਹ ਮਿਸਯੂਜ਼ ਹੁੰਦਾ। ਉਹ ਜਿੱਥੇ ਵੀ ਮਿਲਦਾ ਕਿਤੇ ਉਹਨਾਂ ਨਾਲ ਸਟੱਕ ਹੋ ਜਾਂਦਾ ਹੈਗਾ। ਜਦੋਂ ਕੇਰਾਂ ਤੁਸੀਂ ਇਹ ਚੱਕਰ 'ਚ ਫਸ ਗਏ, ਇਹ ਵੀ ਉਹੀ ਜਿਵੇਂ ਆਪਾਂ ਇੰਡੀਆ ਦੀ ਗੱਲ ਕਰਦੇ ਹੁੰਦੇ ਹਾਂ ਵੀ ਚੱਕਰ ਵੀ ਹੋਇਆ 'ਚ ਕੇਰਾਂ ਫਸ ਗਏ, ਫਿਰ ਤੁਸੀਂ ਉਹ 'ਚ ਫਸੇ ਹੀ ਰਹਿੰਦੇ ਉਹਨਾਂ 'ਚ ਜਿੰਨਾ ਤੁਹਾਡਾ ਨਹੀਂ ਕੇਸ ਸਿਰੇ ਲੱਗਦਾ। ਬੱਚੇ ਛੋਟੇ ਹੁੰਦੇ ਗਲਤੀਆਂ ਵੀ ਕਰ ਬੈਠਦੇ ਆ, ਉਹ ਗਲਤੀਆਂ ਕਰਕੇ ਉਹਨਾਂ ਨੂੰ ਹੋਰ ਵੀ ਪੇ ਕਰਨਾ ਪੈਂਦਾ। ਫਿਰ ਉੱਥੇ ਉਹਨਾਂ ਦੇ ਚਾਰਜ ਲੱਗਿਆ, ਕੋਈ ਗਲਤੀ ਲੱਗੀ, ਕੋਈ ਟਿਕਟ ਮਿਲੀ, ਕੋਈ ਲਾਇਸੈਂਸ ਦਾ ਰੌਲਾ ਹੈਗਾ, ਫਿਰ ਉਹ LMI ਵਾਲਾ ਜਿਹੜਾ ਹੋਰ ਵੀ ਸਖਤ ਕਰ ਦਿੰਦਾ। ਉਹ ਕਹਿੰਦਾ ਤੈਨੂੰ ਹੁਣ ਤਾਂ ਇਹ ਤਾਂ ਮਿਲਣਾ ਹੀ, ਤੈਨੂੰ ਤਾਂ ਹੋਰ ਪੈਸੇ ਵੇ ਜਿਹੜੇ ਆਪਾਂ ਇਮੀਗ੍ਰੇਸ਼ਨ ਵਾਲੀ ਦੀ ਗੱਲ ਕੀਤੀ ਹੈਗੀ, ਫਿਰ ਉਹਨਾਂ ਨੂੰ ਪਤਾ ਹੁੰਦਾ ਕਿ ਹੁਣੇ ਫਸਿਆ ਹੋਇਆ, ਹੁਣੇ ਤੋਂ ਜਿੰਨੇ ਨਿਕਲਦੇ ਕੱਢ ਲਓ। ਇੱਕ ਮੇਰੇ ਕੋਲ ਕੌਮੈਂਟ ਹੈ ਜੀ, ਇਹ ਲਿਖ ਰਹੇ ਨੇ ਚਰਨਜੀਤ ਬੱਧਨ ਹੋਰਾਂ ਦਾ ਕਿ ਜੀ ਮੈਂ ਇੰਡੀਡ ਦੇ ਉੱਤੇ ਇੱਕ ਅਪਲਾਈ ਕੀਤਾ ਸੀਗਾ, ਅਤੇ ਉੱਥੇ ਇੱਕ ਕੁਐਸਚਨ ਆਉਂਦਾ ਹੈ ਕਿ ਡੂ ਯੂ ਨੀਡ ਸਪੋਂਸਰਸ਼ਿਪ ਟੂ ਵਰਕ ਇਨ ਕੈਨੇਡਾ, ਅਤੇ ਕਹਿੰਦੇ ਮੈਂ ਹਮੇਸ਼ਾ ਨੋ ਸਿਲੈਕਟ ਕਰ ਦਿੰਦਾ ਸੀ, ਅਤੇ ਕਹਾਣੀ ਕਹਿੰਦੇ ਪਰ ਮੈਨੂੰ ਅੱਜ ਸਮਝ ਆਈ ਹੈ। ਸੋ ਕੀ ਇਹ ਆਪਣਾ ਜਸ ਜੀ ਇਹ ਐਡਵਰਟਾਈਜ਼ ਵੀ ਕਰਦੇ ਨੇ ਬਿਜ਼ਨਸ ਆਪਣਾ ਇਨਡਾਇਰੈਕਟਲੀ ਕਹਿੰਦੇ ਕਰ ਰਹੇ ਨੇ? ਬਿਲਕੁਲ ਜੀ, ਆਹ ਜਿਹੜਾ ਇੰਡੀਡ 'ਤੇ ਹੋ ਰਿਹਾ ਜੀ, ਇਹ ਐਡਵਰਟਾਈਜ਼ਮੈਂਟ ਹੀ ਹੋ ਰਿਹਾ, ਕਿਉਂਕਿ ਇਹਦੇ ਤੁਸੀਂ ਐਡ ਪਾਤੀ ਕਿ ਸਾਨੂੰ ਇੰਨੇ ਵਰਕਰ ਚਾਹੀਦੇ ਸਾਨੂੰ ਔਰ ਤੁਸੀਂ ਉਹ ਦੇਖੋਗੇ ਜਿੱਥੇ ਤੁਸੀਂ ਅਪਲਾਈ ਕਰਦੇ ਹੋ ਉਹਨਾਂ ਨੇ ਹਰ ਸਾਈਟ 'ਤੇ ਪਾਇਆ ਹੋਇਆ, ਮਾਰਕੀਟ ਪਲੇਸ 'ਤੇ ਵੀ, ਫੇਸਬੁੱਕ 'ਤੇ ਵੀ ਕਈ ਵਾਰੀ ਪਾਇਆ ਹੁੰਦਾ, ਤਾਂ ਇੰਡੀਡ 'ਤੇ ਜਾਂ ਤੁਸੀਂ ਕਿਤੇ ਵੀ ਜਾ ਕੇ ਦੇਖਦੇ ਹੋ ਜਿੱਥੇ ਵੀ ਕੋਈ ਹੈਗਾ ਉੱਥੇ ਹਰ ਥਾਂ 'ਤੇ ਪਾਇਆ ਹੋਇਆ। ਔਰ ਉਹਨਾਂ ਦਾ ਕੋਈ ਫ਼ੋਨ ਨੰਬਰ ਨਹੀਂ ਹੁੰਦਾ, ਸਿਰਫ ਉਹਨਾਂ ਦੀ ਵੈਬਸਾਈਟ ਹੁੰਦੀ ਹੈ ਜਾਂ ਉਹਨਾਂ ਦੀ ਈਮੇਲ ਹੁੰਦੀ ਹੈ। ਔਰ ਜਿਵੇਂ ਤੁਸੀਂ ਆ ਸੱਜਣ ਦਾ ਮੈਸੇਜ ਪੜ੍ਹਿਆ ਸੀਗਾ, ਜਦੋਂ ਤੁਸੀਂ ਇਹ 'ਤੇ ਨੋ ਕਰਦੇ ਹੋ ਤਾਂ ਨਾਲ ਦੀਆਂ ਤੁਹਾਨੂੰ ਅੱਗੇ ਕੋਈ ਲਿੰਕ ਨਹੀਂ ਆਉਂਦਾ, ਤੁਸੀਂ ਯੈਸ ਕਰਕੇ ਦੇਖੋ, ਤੁਹਾਨੂੰ ਨਾਲ ਦੀਆਂ ਈਮੇਲਾਂ ਸ਼ੁਰੂ ਹੋ ਜਾਣਗੀਆਂ, ਤੁਹਾਨੂੰ ਸਾਰਾ ਕੁਝ ਦੱਸਣ ਲੱਗ ਜਾਣਗੇ, ਤੁਹਾਨੂੰ ਦੱਸਣਗੇ ਵੀ ਆਓ ਜੀ ਫਲਾਣੇ ਥਾਂ ਆ ਕੇ ਸਾਨੂੰ ਮਿਲੋ, ਗੱਲ ਕਰੋ। ਤੁਸੀਂ ਫੋਨ 'ਤੇ ਕਦੇ ਗੱਲ ਨਹੀਂ ਕਰਦੇ ਕੋਈ, ਤਾਂ ਇਹ ਬਹੁਤ ਵੱਡੀ ਐਡਵਰਟਾਈਜ਼ਮੈਂਟ। ਉਹੀ ਮੈਂ ਤੁਹਾਨੂੰ ਦੱਸਿਆ ਜੀ ਕਿ ਜੇ ਉੱਥੋਂ ਤੁਸੀਂ ਜੇ ਦੇਖਦੇ ਹੋ ਜੋਬਾਂ ਤਾਂ ਤੁਸੀਂ ਦੇਖ ਕੇ ਹੈਰਾਨ ਰਹੇ ਨੇ ਹੋ ਵੀ ਇੰਨੇ ਵਰਕਰ ਚਾਹੀਦੇ ਆ, ਇਹ ਤਾਂ ਅਗਲੇ 10 ਸਾਲ ਪੂਰੇ ਨਹੀਂ ਹੋਣੇ ਜਿੰਨੇ ਵਰਕਰ ਹੁਣ ਚਾਹੀਦੇ ਸਾਨੂੰ, ਪਰ ਐਕਚੁਅਲ ਦੇ ਵਿੱਚ ਤਾਂ ਉਹ ਕੁਛ ਵੀ ਨਹੀਂ ਚਾਹੀਦਾ ਉਹਨਾਂ ਨੂੰ, ਤਾਂ ਇੱਕ ਵਰਕਰ ਵੀ ਨਹੀਂ ਚਾਹੀਦਾ ਉਹਨਾਂ ਨੂੰ ਤਾਂ ਕੰਮ ਕਰਨ ਵਾਸਤੇ। ਉਹ ਐਡਵਰਟਾਈਜ਼ਮੈਂਟ ਉੱਥੇ ਚੱਲ ਰਹੀ ਹੈ ਜੀ, ਬਿਲਕੁਲ ਉੱਥੇ ਐਡਵਰਟਾਈਜ਼ਮੈਂਟ ਕਰਕੇ ਤਾਂ ਉੱਥੋਂ ਫਿਰ ਇਹ ਆਪਣੇ ਆਉਂਦੇ ਆ। ਪਰ ਜਿਹੜਾ ਇਹ ਪਾਇਆ ਹੁੰਦਾ ਇੱਥੋਂ ਤੁਸੀਂ ਦੇਖੋਗੇ ਇੱਥੋਂ ਸਿਲੈਕਟ ਘੱਟ ਹੀ ਕਰਦੇ ਆ,
ਐਕਚੁਅਲੀ ਸਿਲੈਕਟ ਤਾਂ ਉਹ ਜਿਹੜੇ ਆਪਾਂ ਪਹਿਲਾਂ ਗੱਲ ਕੀਤੀ ਹੈ ਜਿਹਨਾਂ ਨਾਲ ਜਿਹੜੇ ਡੀਲ ਹੋਈ ਹੁੰਦੀ ਹੈ। ਜਿਨ੍ਹਾਂ ਨਾਲ ਡੀਲ ਹੋਈ ਹੁੰਦੀ ਹੈ ਉੱਥੋਂ ਇੱਥੇ ਸਿਰਫ ਇੱਕ ਉਹਨਾਂ ਨੇ ਦਿਖਾਉਣਾ ਹੁੰਦਾ ਹੈ ਕਿ ਜਦੋਂ ਕੱਲ੍ਹ ਨੂੰ ਦਿਖਾਉਣਾ ਕਿ ਹਾਂਜੀ ਅਸੀਂ 2 ਮਹੀਨੇ 3 ਮਹੀਨੇ ਡੀਲ ਤੇ ਐਡ ਪਰ ਪਾਈ ਉਹ ਰੱਖੀ। ਨਵੇਂ ਕਸਟਮਰ ਵੀ ਅਟਰੈਕਟ ਕਰ ਰਹੇ ਨਾ। ਬਿਲਕੁਲ ਜੀ, ਉੱਥੋਂ ਪਤਾ ਲੱਗਦਾ ਕਿਉਂਕਿ ਇਹ ਤਾਂ ਫਿਰ ਹੁਣ ਲਗਾਤਾਰ ਚੱਲਣ ਵਾਲੀ ਇੰਡਸਟਰੀ ਆ, ਉਹਨਾਂ ਨੇ ਹਰ ਸਾਲ ਉੱਥੋਂ ਇਹ ਵੀ ਹੈ ਵੀ ਜਿਹੜਾ ਬੰਦਾ ਲੱਭ ਰਿਹਾ ਹੁੰਦਾ ਫਿਰ ਉਹ ਜਦੋਂ ਇੱਥੇ ਜਾ ਕੇ ਦੇਖਦਾ ਫਿਰ ਉਹਨੂੰ ਪਤਾ ਲੱਗਦਾ ਕਿ ਅੱਛਾ ਕੋਈ ਇੱਦਾਂ ਦਾ ਸਿਸਟਮ ਵੀ ਹੈ, ਮੈਂ ਉਹਦੇ ਰਾਹੀਂ ਜਾਵਾਂ। ਫਿਰ ਉੱਥੋਂ ਉੱਧਰ ਨੂੰ ਚਲਿਆ ਜਾਂਦਾ ਉਹ, ਕਿਉਂ ਨਹੀਂ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਇੱਦਾਂ ਦਾ ਹੈ। ਵੈਸੇ ਤਾਂ ਬੱਚਿਆਂ ਨੂੰ ਪਰ ਇਹ ਆਪਣਾ ਭੁੱਲਰ ਜੀ ਇਹ ਤਾਂ ਇਸ ਲਿਹਾਜ਼ ਨਾਲ ਇੱਦਾਂ ਹੈ ਵੀ ਜਿਵੇਂ ਕੈਨੇਡੀਅਨ PR ਜਾਂ ਵਰਕ ਪਰਮਿਟ ਅਸਲ ਦੇ ਵਿੱਚ ਸਰਕਾਰ ਨੇ ਇਹ ਸਾਰਿਆਂ ਨੂੰ ਠੇਕੇ ਦੇ ਦਿੱਤੇ ਵੇਚਣ ਦੇ ਕਿ ਤੁਸੀਂ ਕੈਨੇਡੀਅਨ PR ਵੇਚ ਸਕਦੇ ਹੋ ਜੇ ਤੁਹਾਡਾ ਕੈਨੇਡਾ 'ਚ ਬਿਜ਼ਨਸ ਹੈ। ਬਿਲਕੁਲ ਇੰਡਾਇਰੈਕਟਲੀ ਦਾ ਮਤਲਬ ਤੇ ਇਹੀ ਕਹਿ ਸਕਦੇ ਕਿ ਗਵਰਨਮੈਂਟ ਆਫ ਕੈਨੇਡਾ ਨੇ ਇਹ ਕੈਨੇਡੀਅਨ PR ਵੇਚਣ ਦਾ ਇੱਕ ਬਿਜ਼ਨਸ ਸ਼ੁਰੂ ਕੀਤਾ ਜੀ। ਬਿਲਕੁਲ, ਇਹਨੂੰ ਕੋਈ ਸ਼ੱਕ ਨਹੀਂ, ਇਹ 'ਚ ਕਹਿ ਸਕਦੇ ਹਾਂ ਆਪਾਂ। ਔਰ ਕੀਤਾ ਵੀ ਲੀਗਲ ਤਰੀਕੇ ਨਾਲ ਹੀ ਇੱਕ ਤਰ੍ਹਾਂ ਨਾਲ, ਕਿ ਸ਼ਰੇਆਮ ਚੱਲ ਰਿਹਾ, ਕੋਈ ਲੁਕ ਛੁਪ ਕੇ ਨਹੀਂ ਚੱਲ ਰਿਹਾ, ਸ਼ਰੇਆਮ ਚੱਲ ਰਿਹਾ ਹੈਗਾ, ਹੈ ਨਾ। ਤਾਂ ਇਸ ਕਰਕੇ ਇਹ ਗਵਰਨਮੈਂਟ ਦੇ ਆਪਾਂ ਕਹੀਏ ਵੀ ਕੋਈ ਉਹਦੇ 'ਚੋਂ ਨਹੀਂ ਅੱਖ ਤੋਂ ਓਲੇ ਹੈਗਾ, ਓਲੇ ਨੂੰ ਸਭ ਪਤਾ ਹੈ ਚੱਲ ਰਿਹਾ ਹੈਗਾ। ਪਰ ਇੰਨਾ ਕਿਉਂ ਨਹੀਂ ਰੋਕ ਰਹੇ ਜਦੋਂ ਪਤਾ LMI ਚੱਲ ਰਹੀ ਹੈ, ਇੰਨਾ ਕੁਛ ਹੋ ਰਿਹਾ ਹੈਗਾ। ਤਾਂ ਇਹਦੇ 'ਚ ਠੀਕ ਹੈ, ਇਹਨਾਂ ਨੂੰ ਬਸ ਇਹੀ ਕਹਿ ਲਓ ਵੀ ਪੰਜਾਬੀ ਜਿਵੇਂ ਕਹਿੰਦੇ ਵੀ ਠੇਕਾ ਦਿੱਤਾ ਹੋਇਆ ਵੀ ਭਾਈ ਆਹ ਲਓ ਚੱਕੋ, ਜਿੰਨਾਂ 'ਚ ਵਿਕਦੀ ਹੈ ਵੇਚ ਦਿਓ। ਠੀਕ ਹੈ, ਸਾਨੂੰ ਲੇਬਰ ਚਾਹੀਦੀ ਹੈ, ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਬੱਚੇ ਚਾਹੀਦੇ ਆ, ਸਾਡੇ ਕੋਲ ਆਉਣੇ ਚਾਹੀਦੇ ਹੈ। ਪਰ ਇਸ ਤਰੀਕੇ ਨਾਲ ਨਹੀਂ ਜਿਵੇਂ ਆ ਰਹੇ ਹੈਗੇ, ਜਿਵੇਂ ਪੱਕੇ ਹੋ ਰਹੇ ਆ। ਪਰ ਬੱਚੇ ਖੁਸ਼ ਹੈ ਜੀ, ਬਹੁਤ ਬੱਚਿਆਂ ਨਾਲ ਗੱਲ ਹੁੰਦੀ ਹੈ। ਹੋਰ ਬੜੀਆਂ ਇੰਪਲੀਕੇਸ਼ਨ ਨੇ ਜੀ, ਇਕੱਲੀ ਇੰਨੀ ਗੱਲ ਨਹੀਂ ਆ ਕਿ ਲੇਬਰ ਚਾਹੀਦੀ ਹੈ ਇੱਥੇ। ਇਹਦੀਆਂ ਹੋਰ ਇਹਦੇ ਨਾਲ ਜਿਹੜੇ ਬਹੁਤ ਸਾਰੇ ਇਲੀਗਲ ਕੰਮ ਡਿਵੈਲਪ ਹੋ ਰਹੇ ਨੇ, ਜਿਹਦੇ ਨਾਲ ਜਿਹੜੀਆਂ ਗੜਬੜਾਂ ਹੋ ਰਹੀਆਂ ਨੇ ਸਿਸਟਮ 'ਚ। ਅਤੇ ਜਦੋਂ ਤੁਸੀਂ ਇਸ ਤਰੀਕੇ ਨਾਲ ਆਪਣੀ ਪਾਪੂਲੇਸ਼ਨ ਵਧਾਓਗੇ, ਉਹਦੇ ਫਿਊਚਰ ਦੇ ਉੱਤੇ ਬਹੁਤ ਮਾੜੇ ਅਸਰ ਪੈਂਦੇ ਨੇ। ਤੁਸੀਂ ਦੇਖ ਲਓ ਜੀ, ਹੁਣ ਤੁਸੀਂ ਜੇ ਕਿਸੇ ਵੀ ਫੀਲਡ 'ਚ ਜਾਂਦੇ ਹੋ, ਉਹਦੀ ਸਰਵਿਸ ਦੇਖਦੇ ਹੋ, ਅਤੇ ਸਰਵਿਸ ਸਾਡੇ ਬਿਲਕੁਲ ਖਤਮ ਹੋਈ ਪਈ ਹੈ। ਇਹੀ ਤੁਸੀਂ ਕਿਤੇ ਬਾਹਰ ਕਿਤੇ ਵੀ ਜਾਂਦੇ ਹੋ, ਕਿਸੇ ਵੀ ਰੈਸਟੋਰੈਂਟ 'ਚ ਚਲੇ ਜਾਓ, ਕਿਉਂਕਿ ਸਾਡੇ ਵਰਕ ਕਲਚਰ ਹੈ ਨਹੀਂ ਇੰਡੀਆ ਦੇ ਵਿੱਚ। ਸਾਡੇ ਜਿਹੜੇ ਬੱਚੇ ਜਿੱਥੇ ਕੰਮ ਕਰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਵਰਕ ਕਲਚਰ ਕੀ ਹੁੰਦਾ ਅਤੇ ਅਸੀਂ ਕਿਵੇਂ ਸਰਵਿਸ ਦੇਣੀ ਹੈ। ਤੁਹਾਡੇ ਫੇਸ 'ਤੇ ਸਮਾਈਲ ਵੀ ਹੋਣੀ ਚਾਹੀਦੀ ਹੈ। ਤੁਸੀਂ ਬਰੈਂਪਟਨ ਦੇ ਵਿੱਚ ਕਿਸੇ ਵੀ, ਬਰੈਂਪਟਨ ਛੱਡੋ ਜੀ, ਬਾਹਰ ਵੀ ਨਿਕਲ ਜਾਓ, ਹੁਣ ਤਾਂ ਤੁਸੀਂ ਚਲੇ ਜਾਓਗੇ ਤੇ ਤੁਹਾਨੂੰ ਸਰਵਿਸ ਹੀ ਨਹੀਂ ਮਿਲਦੀ। ਇਹਦੀਆਂ ਹੀ ਇੰਪਲੀਕੇਸ਼ਨ ਨੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਕੈਨੇਡਾ ਕਿੱਧਰ ਨੂੰ ਜਾਊਗਾ, ਇਹ ਸੋਚਣ ਵਾਲੀ ਗੱਲ ਹੈ ਕਿ ਕਿੱਥੇ ਅਸੀਂ ਸਰਵਿਸ ਦੇ ਵਿੱਚ, ਸਾਡਾ ਕੈਨੇਡਾ ਦੇ ਵਿੱਚ ਮੈਨੂੰ 36 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਸਰਵਿਸ ਦੇ ਵਿੱਚ ਮੰਨਿਆ ਹੋਇਆ ਸੀ ਕਿ ਸਾਡੇ ਰੈਸਟੋਰੈਂਟਾਂ ਦੇ ਵਿੱਚ, ਸਾਡੇ ਕਿਤੇ ਵੀ ਇਹ ਟੇਕ ਆਊਟ ਫੂਡ ਹੈ, ਕਿਤੇ ਵੀ ਤੁਸੀਂ ਸਰਵਿਸ ਤੁਹਾਨੂੰ ਮਿਲਦੀ ਸੀ, ਮੂੰਹ 'ਤੇ ਸਮਾਈਲ ਹੁੰਦੀ ਤੁਹਾਡੇ। ਈਵਨ ਸਟੋਰਾਂ ਦੇ ਵਿੱਚ ਤੁਸੀਂ ਜਾਂਦੇ ਸੀਗੇ, ਹੁਣ ਉਹ ਗਾਇਬ ਹੋ ਗਿਆ ਜੀ। ਹੁਣ ਨਾ ਹੀ ਤਾਂ ਕੋਈ ਗੱਲ, ਹੁਣ ਕੋਈ ਲੁਕੀ ਛੁਪੀ ਨਹੀਂ ਹੈ, ਤੇ ਸਭ ਕੁਛ ਸਰਕਾਰ, ਕਿਉਂਕਿ ਆਫਟਰ ਆਲ ਇਹ ਜਿਹੜਾ LMI ਹੈ ਜਾਂ ਬਾਕੀ ਸਾਰਾ ਕੁਛ ਹੈ, ਇਹ ਗਵਰਨਮੈਂਟ ਡਿਪਾਰਟਮੈਂਟਸ ਦੇ ਥਰੂ ਹੀ ਹੋ ਰਿਹਾ। ਬਿਲਕੁਲ ਜੀ। ਸੋ ਇਹ ਹੁਣ ਮਤਲਬ ਜਿਹੜੀ ਗੱਲ ਅਸੀਂ ਪਹਿਲਾਂ ਵੀ ਕਰਦੇ ਰਹੇ ਹਾਂ ਕਿ ਗਵਰਨਮੈਂਟਸ ਨੂੰ ਇਹਨਾਂ ਚੀਜ਼ਾਂ ਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਹੈ। ਤੁਸੀਂ ਚਾਹੇ ਮਿਨਿਸਟਰ ਨੂੰ ਪੁੱਛ ਲਓ, ਚਾਹੇ ਪ੍ਰਾਈਮ ਮਿਨਿਸਟਰ ਨੂੰ ਪੁੱਛ ਲਓ, ਉਹਨਾਂ ਨੇ ਕਦੇ ਵੀ LMI ਬਾਰੇ ਸਵਾਲ ਦਾ ਸਿੱਧਾ ਜਵਾਬ ਨਹੀਂ ਦੇਣਾ। ਸੋ ਉਹਨਾਂ ਨੂੰ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕਰਾਉਣੀ ਚਾਹੀਦੀ ਕਿ ਜਿਹੜਾ ਤੁਹਾਡਾ ਸਿਸਟਮ ਹੈ ਇਹ ਕਿੰਨਾ ਜ਼ਿਆਦਾ ਅਬਿਊਜ਼ ਹੋ ਰਿਹਾ। ਬਿਲਕੁਲ ਜੀ। ਕੋਈ ਵੀ ਸਿਸਟਮ ਹੈ ਜਦੋਂ ਬਣਦਾ ਨਾ, ਉਹਦਾ ਕੁਛ ਦੇਰ ਬਾਅਦ ਉਹਨੂੰ ਰਿਵਿਊ ਕਰਨਾ ਚਾਹੀਦਾ ਹੈ, ਬਣਾ ਕੇ ਛੱਡ ਨਹੀਂ ਦੇਣਾ ਚਾਹੀਦਾ। ਹੁਣ ਸਾਡੇ ਤਾਂ ਬਣਾ ਕੇ ਛੱਡਤਾ, ਅੱਜ ਤੋਂ ਕਿੰਨੇ ਸਾਲ ਹੋ ਗਏ। ਹਰਪ੍ਰੀਤ ਸਰਕਾਰ ਨੇ ਬਣਾਇਆ ਸੀਗਾ, ਉਦੋਂ ਬਣਾ ਕੇ ਛੱਡਤਾ, ਹੁਣ ਤਾਂ ਉਹਨੂੰ ਰਿਵਿਊ ਨਹੀਂ ਕੀਤਾ ਗਿਆ, ਉਹ ਉਵੇਂ ਹੀ ਚੱਲੀ ਜਾਂਦਾ। ਉਹਦੇ 'ਚ ਕਿੰਨਾ ਕੁਛ, ਜਿਵੇਂ ਪੰਜਾਬੀ 'ਚ ਕਹੀਏ, ਘੁਸਪੈਠ ਕਰ ਗਿਆ, ਸਾਨੂੰ ਤਾਂ ਪਤਾ ਹੀ ਨਹੀਂ ਇਸ ਚੀਜ਼ ਦਾ। ਅੱਜ ਉਹ ਚੀਜ਼ ਕਿੱਥੇ ਆ ਕੇ ਕਿਵੇਂ ਚੱਲ ਰਿਹਾ। ਇੱਕ ਬੱਚਾ ਜਿਹੜਾ ਇੰਨਾ ਅਬਿਊਜ਼ ਹੋ ਕੇ ਪੱਕਾ ਹੋ ਕੈਨੇਡਾ ਦੇ ਵਿੱਚ, ਸੋਨੂੰ ਕੀ ਲੱਗਦਾ ਉਹ ਗੁੱਡ ਸਿਟੀਜ਼ਨ ਬਣੂਗਾ? ਕਦੇ ਵੀ ਨਹੀਂ। ਜਿਹੜੀ ਜ਼ਿੰਦਗੀ 'ਚ ਸ਼ੁਰੂਆਤ ਹੀ ਐਕਸਪਲੋਇਟੇਸ਼ਨ ਨਾਲ ਹੋਈ ਹੈ। ਬਿਲਕੁਲ ਜੀ। ਔਰ ਇੱਕ ਇਲੀਗਲ ਤਰੀਕੇ ਨਾਲ ਹੋਈ ਹੈ, ਝੂਠ ਬੋਲ ਕੇ ਹੋਈ ਹੈ। ਬਿਲਕੁਲ। ਉਹਨੇ ਕਿਹੋ ਜਿਹਾ ਸਿਟੀਜ਼ਨ ਬਣਨਾ ਆਪਾਂ ਅੰਦਾਜ਼ਾ ਲਾ ਹੀ ਸਕਦੇ। ਬਿਲਕੁਲ। ਤੁਸੀਂ ਵੀ ਉਸ ਟਾਈਮ ਆਏ ਹੋ, ਅਸੀਂ ਵੀ ਉਸ ਟਾਈਮ ਆਏ, ਏਅਰਪੋਰਟ 'ਤੇ ਆਏ, ਵੈਲਕਮ ਹੋਇਆ, ਚਲੋ ਆਏ, ਅਸੀਂ ਆਰਾਮ ਨਾਲ ਘਰੇ ਗਏ, ਸਾਨੂੰ ਵਧੀਆ ਜੋਬਾਂ ਮਿਲੀਆਂ, ਕੋਈ ਸਾਨੂੰ ਕਿਤੇ ਉਹ ਨਹੀਂ ਕਰਨਾ, ਲਾਈਨ 'ਚ ਹੀ ਲੱਗਣਾ ਪਿਆ। ਅਸੀਂ ਜਾ ਕੇ ਅਪਲਾਈ ਕੀਤਾ, ਕੁਛ ਵੀ ਸਾਨੂੰ ਰਾਈਟ ਵੇ ਮਿਲ ਗਿਆ। ਸਾਨੂੰ ਨਹੀਂ ਕੰਮ ਮਿਲਦਾ ਸੀ, ਅਸੀਂ EI ਅਪਲਾਈ ਕੀਤਾ, ਸਾਨੂੰ ਰਾਈਟ ਵੇ ਮਿਲ ਗਿਆ। ਹੁਣ ਉਹਦੇ 'ਚ ਇੰਨਾ ਕੁਛ ਆ ਹੋ ਕੇ, ਜਿਵੇਂ ਤੁਸੀਂ ਕਹਿ ਰਹੇ ਹੋ ਅੱਜ, ਉਹ ਬੱਚੇ, ਮੈਂ ਕਿ ਇਸ ਕਰਕੇ ਮੈਂ ਵਰੀ ਕਰਦਾ ਨਾ, ਮੈਂ ਇਸ ਕਰਕੇ ਮੈਨੂੰ ਕੋਈ ਕਿ ਹੋ ਰਿਹਾ। ਬੱਚਿਆਂ ਨੂੰ ਵੀ ਚਾਹੀਦੀ LMI, ਨੋ ਡਾਊਟ, ਬੱਚਿਆਂ ਨੂੰ ਚਾਹੀਦੀ LMI। ਨਹੀਂ, ਪਰ ਦੇਖੋ ਕੋਈ ਵੀ ਸਿਸਟਮ ਹੁੰਦਾ, ਇੱਕ ਤਾਂ ਹੁੰਦਾ ਨਾ ਫੇਅਰ ਸਿਸਟਮ ਹੈ। ਬਿਲਕੁਲ ਜੀ। ਹੈ ਨਾ। ਇੱਕ ਹੁੰਦਾ ਕਿ ਤੁਸੀਂ ਪੂਰੀ ਤਰ੍ਹਾਂ, ਹੁਣ ਜਿਵੇਂ ਇੱਥੋਂ ਦਾ ਰਿਫਿਊਜੀ ਪ੍ਰੋਗਰਾਮ ਹੈ, ਬਹੁਤ ਹੀ ਗ੍ਰੇਟ ਪ੍ਰੋਗਰਾਮ ਹੈ ਕਿ ਦੁਨੀਆ ਭਰ 'ਚੋਂ ਜਿਹੜੇ ਲੋਕ ਬੇਘਰ ਹੋ ਗਏ ਆਪਣੇ ਕੰਟਰੀ 'ਚ, ਜਿਨ੍ਹਾਂ ਦਾ ਜਿਉਣਾ ਮੁਸ਼ਕਿਲ ਹੋ ਗਿਆ, ਉਹਨਾਂ ਨੂੰ ਕੈਨੇਡਾ ਸ਼ਰਨ ਦਿੰਦਾ। ਪਰ ਉਹ ਲੋਕ ਤਾਂ ਹੁਣ ਆ ਹੀ ਨਹੀਂ ਰਹੇ। ਹੁਣ ਤਾਂ ਜਿਹੜੇ ਹਿਊਮਨ ਸਮਗਲਿੰਗ ਵਾਲੇ ਨੇ ਉਹ ਆ ਰਹੇ, ਉਹ ਬੰਦੇ ਭੇਜ ਰਹੇ ਨੇ ਇੱਥੇ। ਪੂਰੀ ਤਰ੍ਹਾਂ ਉਹ ਆਪਣੇ ਅਸਲੀ ਪਰਪਸ ਤੋਂ ਬਹੁਤ ਦੂਰ ਚਲੇ ਗਿਆ। ਬਿਲਕੁਲ ਜੀ। ਅਤੇ ਇਸੇ ਤਰ੍ਹਾਂ ਜਿਹੜੇ ਇਹ ਪ੍ਰੋਗਰਾਮ ਨੇ, ਕਹਿਣ ਨੂੰ ਤੇ ਇਹ ਵਰਕਰਸ ਕੈਨੇਡੀਅਨ ਕੰਪਨੀਜ਼ ਨੂੰ ਵਰਕਰਸ ਹਾਇਰ ਕਰਨ ਵਾਸਤੇ ਦਿੱਤਾ ਗਿਆ, ਪਰ ਇਹ ਜਿਸ ਤਰੀਕੇ ਨਾਲ ਹੋ ਰਿਹਾ, ਕਿਹੜੀਆਂ ਕੰਪਨੀ ਹਾਇਰ ਕਰ ਰਹੀਆਂ ਨੇ ਅੱਜ? ਜਿਵੇਂ ਹੁਣ ਸਾਰੀ ਇੱਕ ਚੇਨ ਬਣੀ ਹੋਈ ਹੈ, ਆਪਣੀ ਉਹ ਤੁਹਾਡੀ ਇਮੀਗ੍ਰੇਸ਼ਨ ਕੰਪਨੀ ਹੈ, ਆਪਣਾ ਹੀ ਤੁਹਾਡਾ ਪ੍ਰਾਈਵੇਟ ਕਾਲਜ ਹੈ, ਆਪਣਾ ਹੀ ਤੁਹਾਡਾ ਰੈਸਟੋਰੈਂਟ ਹੈ, ਅਤੇ ਤੁਸੀਂ ਉੱਥੇ ਬੈਠੇ ਕੈਨੇਡੀਅਨ PR ਵੇਚ ਰਹੇ ਹੋ, ਪੂਰਾ ਪੈਕੇਜ ਦੇ ਰਹੇ ਹੋ।
ਔਰ ਇਹਦੇ 'ਚ ਇੱਕ ਹੋਰ ਗੱਲ ਮੈਂ ਐਡ ਕਰਦਾ ਜੀ, ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸਫਰ ਕਰ ਰਹੇ ਆ, ਹੁਣ ਉਹ ਕੀ ਕਰਦੇ ਆ, ਇੱਕ ਆਮ ਬੰਦਾ ਭੋਲਾ ਬੰਦਾ ਜਿਹਨੂੰ ਨਹੀਂ ਪਤਾ ਇਸ ਗੱਲ ਦਾ, ਉਹਨੂੰ ਉਹ ਅਪਰੋਚ ਕਰਦੇ ਆ ਕਿ ਤੂੰ ਗੱਲ ਸੁਣ, ਤੂੰ ਕੋਈ ਕੰਮ ਸ਼ੁਰੂ ਕਰ ਲੈ, ਤੈਨੂੰ ਅਸੀਂ ਕਰਾ ਦਿੰਦੇ ਹਾਂ। ਉਹ ਕਹਿੰਦਾ ਮੇਰੇ ਕੋਲ ਪੈਸੇ ਹੈ ਨਹੀਂ, ਉਹ ਕਹਿੰਦਾ ਤੈਨੂੰ ਐਂ ਕਰ, ਤੇਰੇ ਘਰ 'ਤੇ ਹੈਗਾ ਰੂਮ, ਘਰ ਨੂੰ ਰੀਫਾਈਨੈਂਸ ਕਰਾ ਲੈ, ਜਾਂ ਘਰ 'ਤੇ ਤੂੰ ਲਾਈਨ ਆਫ ਕ੍ਰੈਡਿਟ ਚੱਕ ਲੈ। ਉਹਨੇ ਘਰ ਨੂੰ ਰੀਫਾਈਨੈਂਸ ਕਰਾ ਲਿਆ, ਰੀਫਾਈਨੈਂਸ ਕਰਾ ਕੇ ਬਿਜ਼ਨਸ ਨੂੰ ਉਹਨੇ ਕੁਛ ਨਹੀਂ ਪਤਾ ਕੀਤਾ, ਬਿਜ਼ਨਸ ਨੂੰ ਉਹ ਦਵਾਤਾ ਜਿਹਦੇ 'ਚ ਕੁਛ ਵੀ ਨਹੀਂ, ਸਿਰਫ LMI ਵੇਚਣੀ ਸੀ। ਹੁਣ ਉਹ ਨਾ ਤਾਂ LMI ਵਾਲਾ ਚੱਲ ਰਿਹਾ, ਉੱਧਰੋਂ ਇੰਟਰਸਟ ਵੱਧ ਗਏ, ਹੁਣ ਘਰ ਦੀ ਪੇਮੈਂਟ ਵੀ ਨਹੀਂ ਪੂਰੀ ਹੋ ਰਹੀ। ਉਹ ਇੰਨਾ ਕੁ ਭੈੜੇ ਫਸੇ ਵੀ ਹੈ। ਇਸ ਟਾਈਮ ਸਾਡੇ ਕੋਲ ਅਪਰੋਚ ਕਰਦੇ ਆ ਜੀ, ਸਾਡੇ ਕੋਲ ਤੁਸੀਂ ਯਕੀਨ ਨਹੀਂ ਕਰਨਾ, ਮੇਰੇ ਕੋਲ ਸੈਕਿੰਡ ਮੌਰਗੇਜ ਵਾਸਤੇ ਇੰਨੀਆਂ ਫਾਈਲਾਂ ਪਈਆਂ, ਭਾਜੀ ਸਾਨੂੰ ਸੈਕਿੰਡ ਮੌਰਗੇਜ ਦਵਾ ਦਿਓ। ਕੀ ਗੱਲ ਹੋ ਗਈ? ਜਦੋਂ ਕਿਉਂਕਿ ਸਾਨੂੰ ਸਟੋਰੀ ਪੁੱਛਣੀ ਪੈਂਦੀ ਹੈ, ਅਸੀਂ ਕਦੇ ਵੀ ਇੱਦਾਂ ਪੈਸਾ ਨਹੀਂ ਦੇ ਸਕਦੇ ਹੁੰਦੇ ਕਿ ਬੰਦਾ ਆਇਆ ਸਾਡੇ ਕੋਲੇ, ਅਸੀਂ ਈਵਨ ਰੀਫਾਈਨੈਂਸ ਵੀ ਕਰਦੇ ਹਾਂ ਘਰ ਨੂੰ, ਤਾਂ ਅਸੀਂ ਉਹਨੂੰ ਪੁੱਛਦੇ ਹਾਂ ਕਿ ਤੂੰ ਪੈਸਾ ਕਿੱਥੇ ਯੂਜ਼ ਕਰਨਾ ਹੈ। ਸਾਨੂੰ ਬੈਂਕ ਵੀ ਪੁੱਛਦੀ ਹੈ ਕਿ ਇਹਨੇ ਪੈਸਾ ਕਿੱਥੇ ਯੂਜ਼ ਕਰਨਾ, ਅਸੀਂ ਇਹ ਨਹੀਂ ਕਿ ਪੈਸੇ ਕਢਾ ਕੇ ਸਾਨੂੰ ਦੇ ਦੇ ਜੋ ਮਰਜ਼ੀ ਕਰਨਾ ਹੀ। ਤਾਂ ਜਦੋਂ ਅਸੀਂ ਪੁੱਛਦੇ ਹਾਂ, ਸਾਨੂੰ ਸਟੋਰੀ ਦੱਸਦੇ ਆ ਕਿ ਭਾਜੀ ਇੱਦਾਂ ਕਰਕੇ ਮੈਂ ਤਾਂ ਜੀ ਬਾਹਰ ਜਾ ਕੇ ਇੱਥੋਂ 2 ਘੰਟੇ ਦੀ ਡਰਾਈਵ 'ਤੇ 3 ਘੰਟੇ ਡਰਾਈਵ 'ਤੇ ਇੱਕ ਮੈਂ ਤਾਂ ਕੋਈ ਚੀਜ਼ ਲੈ ਲਈ ਸੀ, ਰੈਸਟੋਰੈਂਟ ਲੈ ਲਿਆ ਸੀ, ਜਾਂ ਮੈਂ ਗ੍ਰੀਨ ਹਾਊਸ ਲੈ ਲਿਆ ਸੀ, ਜਾਂ ਕੁਛ ਲੈ ਲਿਆ ਸੀਗਾ, ਅਤੇ ਉਹ ਪੈਸੇ ਮੇਰੇ ਕੋਲ ਤਾਂ ਹੈ ਨਹੀਂ ਸੀਗੇ, ਉਹ ਘਰ ਤੋਂ ਚੱਕੇ। ਮੈਂ ਤੈਨੂੰ ਕਿਹਾ ਕਿਹਨੇ ਸੀ? ਕਹਿੰਦੇ ਇੱਦਾਂ ਕਰਕੇ ਜਦ ਤੂੰ ਛੱਡੋ ਪਰ ਜਿਹਦੇ ਨਾਲ ਡੀਲ ਹੋਈ ਸੀਗੀ ਉਹਨੇ ਕਰਵਾਇਆ ਸੀਗਾ। ਅਤੇ ਹੁਣ ਉਹ LMI ਤਾਂ ਠੀਕ ਹੈ ਚੱਲਦੀ ਹੈ ਮੇਰੀ, ਪਰ LMI ਦੇ ਨਾਲ ਮੇਰੀ ਨਾ ਤਾਂ ਉਹਦੀ ਕਿਸ਼ਤ ਪੂਰੀ ਹੁੰਦੀ, ਨਾ ਮੇਰੀ ਇਹਦੀ ਕਿਸ਼ਤ ਪੂਰੀ ਹੁੰਦੀ। ਗੱਲ ਹੋਈ ਸੀ ਇੰਨੇ ਬੰਦਿਆਂ ਦੀ, ਪਰ ਗੱਲ ਤਾਂ ਇੰਨੇ 'ਤੇ ਖੜ ਗਈ ਆ ਕੇ ਕਿ ਮੈਂ ਤਾਂ 2 ਨਹੀਂ ਦੇ ਸਕਿਆ LMI। ਹੁਣ ਉਹ ਜੇ ਮੈਂ ਪੁੱਛਦਾ ਉਹਨੂੰ ਵੀ ਤੂੰ ਤਾਂ ਮੈਨੂੰ ਤਾਂ 5 ਦੀ ਗੱਲ ਕੀਤੀ ਜਾਂ 3 ਦੀ ਗੱਲ ਕੀਤੀ ਸੀਗੀ, ਉਹ ਕਹਿੰਦਾ ਵੀ ਇੱਦਾਂ ਨਹੀਂ ਹੁੰਦਾ, ਇਹ ਵੀ ਸਿਸਟਮ ਹੁੰਦਾ ਇੱਕ ਵੀ ਇੰਨੇ ਕੁ ਦੇ ਸਕਦਾ, ਫਿਰ ਆਪਾਂ ਅੱਗੇ ਜਾ ਕੇ ਹੋਰ ਕਰਾਂਗੇ। ਉਹ ਕਹਿੰਦਾ ਅੱਗੇ ਤਾਂ ਕਰਾਂਗੇ ਜੇ ਇਹਨਾਂ ਦੀ ਪਹਿਲਾਂ ਖਤਮ ਹੋਊਗੀ ਤਾਂ ਮੈਂ ਹੋਰ ਬੰਦੇ ਹਾਇਰ ਕਰੂੰ, ਪਰ ਮੇਰੀ ਤਾਂ ਅੱਜ ਪ੍ਰੋਬਲਮ ਖੜੀ ਹੈ, ਮੈਂ ਤਾਂ ਅੱਜ ਪੇਮੈਂਟ ਨਹੀਂ ਹੋ ਰਹੀ, ਨਾ ਤਾਂ ਮੈਥੋਂ ਘਰ ਦੀ ਪੇਮੈਂਟ ਹੋ ਰਹੀ ਹੈ, ਨਾ ਮੈਥੋਂ। ਸਿੰਗਲ ਬੰਦੇ ਮੁੰਡੇ ਟਰੱਕ ਚਲਾਉਂਦੇ ਆ ਜੀ, ਉਹ ਇਹਦੇ 'ਚ ਫਸੇ ਹੋਏ ਆ, ਆਪ ਉਹ ਟਰੱਕ ਚਲਾਉਂਦੇ, ਜਾਣ ਦਾ ਟਾਈਮ ਨਹੀਂ ਉਹਨਾਂ ਕੋਲੇ। ਹੁਣ ਉਹ ਸਾਰੇ ਪਾਸੇ ਇੰਨੇ ਕੁ ਜਕੜੇ ਪਏ ਆ ਕਿ ਉਹ ਕਹਿੰਦੇ ਇੱਕ ਪਾਸੇ ਮੇਰਾ ਅਕਾਊਂਟੈਂਟ ਪੈਸੇ ਖਾਈ ਜਾਂਦਾ ਮੈਥੋਂ ਪੇਪਰ ਬਣਾਉਣ ਦੇ, ਦੂਜੇ ਪਾਸੇ ਇਮੀਗ੍ਰੇਸ਼ਨ ਵਾਲਾ ਖਾਈ ਜਾਂਦਾ ਮੈਥੋਂ ਪੈਸੇ, ਪੇਮੈਂਟਾਂ ਮੈਂ ਕਰ ਰਿਹਾ, ਫਸਿਆ ਮੈਂ ਪਿਆ। ਹੁਣ ਭਾਜੀ ਮੈਂ ਦੱਸੋ ਕਿੱਧਰ ਸਾਰੇ ਹੀ ਇਹਦੇ ਲਪੇਟ 'ਚ ਨੇ, ਲਪੇਟ 'ਚ ਯੰਗ ਸਟੂਡੈਂਟਸ ਤੋਂ ਲੈ ਕੇ ਜਿਹੜੇ ਬਿਜ਼ਨਸ ਕਰਨ ਦੇ ਚੱਕਰ 'ਚ ਫਸ ਗਏ, ਛੋਟੇ ਛੋਟੇ ਆਪਣੇ ਜਿਨ੍ਹਾਂ ਦੇ ਬਿਜ਼ਨਸ ਦੀ ਬੈਕਗਰਾਊਂਡ ਕੋਈ ਨਹੀਂ ਸੀ, ਬਿਜ਼ਨਸ ਦੀ ਸਮਝ ਕੋਈ ਨਹੀਂ ਸੀ, ਇਸ ਲਾਰੇ 'ਚ ਕਿ ਨਾਲ ਤੁਹਾਡੀਆਂ 2-3 ਅਸੀਂ LMIਆਂ ਬਕਾ ਦੇਣੀਆਂ, ਬਿਜ਼ਨਸ ਤੁਹਾਡਾ ਵਾਧੂ ਦਾ। ਸੀਨੀਅਰ ਤੱਕ ਫਸ ਗਈ, ਜਿਹੜੇ ਰਿਟਾਇਰ ਹੋਏ ਆ ਉਹਨਾਂ ਨੇ ਆਪਦੇ ਘਰ ਰੀਫਾਈਨੈਂਸ ਕਰਾ ਕੇ ਉਹਨਾਂ ਨੇ ਬਿਜ਼ਨਸ 'ਚ ਪੈਸੇ ਲਾਤੇ। ਸੋ ਇਹ ਸਾਰਾ ਮਾਮਲਾ ਜਿਹਦੀ ਵੱਡੇ ਸਕੇਲ ਦੇ ਉੱਤੇ ਇਨਵੈਸਟੀਗੇਸ਼ਨ ਦੀ ਲੋੜ ਹੈ, ਵੱਡੇ ਸਕੇਲ ਦੇ ਉੱਤੇ ਗਵਰਨਮੈਂਟ ਨੂੰ ਇਸ ਨੂੰ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਕਈ ਵਾਰ ਹੋ ਸਕਦਾ ਆਟੋਵਾ 'ਚ ਬੈਠਿਆਂ ਨੂੰ ਪਤਾ ਨਾ ਲੱਗਦਾ ਹੋਏ, ਪਰ ਜੋ ਕੁਝ ਸਾਡੀ ਕਮਿਊਨਿਟੀ 'ਚ ਹੋ ਰਿਹਾ ਇਹ ਤੇ ਇਸ ਗੱਲ ਦੀ ਇਨਫੋਰਮੇਸ਼ਨ ਦੇਣ ਦਾ ਫਰਜ਼ ਤਾਂ ਸਾਡੇ MPs ਤੇ MPPs ਦਾ। ਬਿਲਕੁਲ MP ਤੱਕ ਤਾਂ ਮੈਂ ਗਰੰਟੀ ਕਰਦੀ MP ਤੱਕ ਗੱਲ ਤਾਂ ਪਹੁੰਚਦੀ ਹੈ, ਕਿਉਂਕਿ ਜਿਹੜੇ MP ਦੇ ਲੋਕਲ ਬੰਦੇ ਆ ਇੱਥੇ ਮਿਲਦੇ ਆ, ਉਹਨਾਂ ਨੂੰ MPP ਨੂੰ ਮਿਲਦੇ ਆ ਲੋਕਲ, ਕਿਉਂਕਿ ਉਹ ਵੀ ਤਾਂ ਸਾਡੇ 'ਚ ਹੀ ਗਏ ਆ, ਸਾਨੂੰ ਮਿਲਦੇ ਆ ਰੋਜ਼, ਸਾਡੇ ਇੱਥੇ ਆਉਂਦੇ ਜਾਂਦੇ ਆ, ਪਤਾ ਤਾਂ ਉਹਨੂੰ ਹੈ ਇਹ ਗੱਲ ਦਾ, ਪਰ ਉਹ ਗਾਹਾਂ ਅੱਗੇ ਜਾ ਕੇ ਆਪਣੇ ਕਹਿ ਲਓ ਵੀ ਪ੍ਰਧਾਨ ਨੂੰ ਟੂਡੋ ਸਾਹਿਬ ਨੂੰ ਜਾਂ ਜਿਹੜੇ ਜਿਨ੍ਹਾਂ ਨੂੰ ਦੱਸਦੇ ਨਹੀਂ ਉਹ ਸੁਣਦੇ ਨਹੀਂ, ਦੱਸਣ ਦੀ ਹਿੰਮਤ ਨਹੀਂ ਰੱਖਦੇ ਆ, ਤਾਂ ਜਾਂ ਫਿਰ ਤੁਹਾਡੀ ਗੱਲ ਸਹੀ ਹੈ ਵੀ ਦੱਸਣਾ, ਉਹ ਸੁਣਦੇ ਹੀ ਨਹੀਂ, ਉਹ ਕਹਿੰਦੇ ਛੱਡ ਪਏ ਤੂੰ ਕੀ ਲੈਣਾ ਇਹ ਗੱਲ ਤੋਂ, ਹੈ ਨਾ। ਕਈ ਵਾਰੀ ਇਹਨਾਂ ਦੀ ਇਹ ਕੰਪਲੀਕੇਸ਼ਨ ਹੁੰਦੀ ਹੈ ਕਿ ਇਹਨਾਂ ਦਾ ਡਿਪਾਰਟਮੈਂਟ ਨਹੀਂ ਹੁੰਦਾ, ਉਹ ਕਹਿੰਦੇ ਤੇਰਾ ਤਾਂ ਡਿਪਾਰਟਮੈਂਟ ਹੈ ਨਹੀਂ। ਸਾਡਾ ਫਰਜ਼ ਹੈ ਰੌਲਾ ਪਾਉਣਾ। ਬਿਲਕੁਲ ਜੀ, ਮੌਕਾ ਦੇਣਾ ਫਰਜ਼ ਹੈ ਸਾਡਾ। ਤੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਭੁੱਲਰ ਸਾਹਿਬ, ਤੁਸੀਂ ਇਸ ਟੌਪਿਕ ਦੇ ਉੱਤੇ ਗੱਲਬਾਤ ਕੀਤੀ, ਔਰ ਤੁਹਾਨੂੰ ਮੈਂ ਦੱਸ ਦਿੰਦਾ ਇਸ ਗੱਲ ਦੀ ਕਿ ਤੁਸੀਂ ਥੈਂਕ ਯੂ ਜੀ। ਕੋਈ ਵੀ ਆਪਾਂ ਜਿਵੇਂ ਅੱਗੇ ਵੀ ਕੁਛ ਸੱਜਣ ਨੂੰ ਸਾਡੇ ਨੂੰ ਲੋੜ ਹੋਵੇ, ਕਦੇ ਵੀ ਕੋਈ ਗੱਲ ਹੋਵੇ ਤਾਂ ਜ਼ਰੂਰ ਅਸੀਂ ਹਾਲਵੇਜ਼ ਸੇਵਾ 'ਚ ਹਾਜ਼ਰ ਹਾਂ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਥੈਂਕ ਯੂ ਵੈਰੀ ਮੱਚ।